दोहरा सकल सैल पत थिर रहे, निज राजधानी जाए। आन मान सतगुरु की और हंकार बिलाए। वाहिगुरु जी का खालसा, वाहिगुरु जी की फतेह। सतगुरां दे साजी और निवाजी होई गुरदेव दे परम प्यार च परोती होई गुरु खालसा साध संगत जीओ धनता दे पात्र हो। नौवें पातशाह तिलक जंजू दे राखे श्री गुरु तेग बहादुर साहब जी महाराज जी दे पावन पवित्र चरण छो प्राप्त इतिहासक स्थान गुरुद्वारा श्री दुख निवारण साहब जी दे पावन पवित्र सचखंड दरबार अंदर धन 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 श्री गुरु ग्रंथ साहब जी दी पाक पवित्र हजूरी विच हाजरियां भर के दे महीनावारी जोड़ मेले बहुत ही शरधा भावना सत्कार सहित मनाउणा कर रहे। अमृत वेले तो बेअंत संगतां दूरों दरेडियों गुरु पातशाह दे चरनां विच हाजरियां भर रहीआं ने। साहिब दे पवित्र चरनां नाल पवित्र होए पावन सरोवर दे इशनान परसे हन। गुरुदेव दया करन साडे सारियां दियां हाजरियां अपने चरनां च ला लैण, क्योंकि तीर्थ नहावा जे तिस भावा, जे साहिब नूं भावे तां ही ये इशनान सफले हन। विण भाणे के नहाए करी, जे नहीं पाए तो फिर इशनान किवें सफल होवेगा। इस करके गुरु चरनां च जोदड़ी है महाराज जी आप जी नूं पा जाइए, जिहो जिवियां तुहाडे हाँ। साहिबे कमाल गुरु कलगीधर पंथ दे वाली सतगुरु श्री गुरु गोबिंद सिंह साहब जी दे पवित्र पावन जस नूं कथन करन दा और सरवण करन दा मान सत्कार सतगुरु जी ने ਉਹ ਭਾਗ ਸੁਭਾਗ ਸਾਨੂੰ ਬਖਸ਼ਿਸ਼ ਕੀਤਾ। गुरुदेव कलमोट दे विच जंग जित्ती है, क्योंकि कलमोट वासियों ने बड़ी वधीकी कीती सी। आउंदी होई संगत नूं लुटिया, 2 सिंह शहीद कीते, इन्हां नूं सोधा लाया। पर फिर भी सतगुरु किड्डे दयालु ने, जदों शरण विच आ गए तो महाराज जी ने बख्श दिता। पर सारा कलमोट नगर उजाड़ के थे करवाया, वो भी इन्हां दे हत्थीं। महाराज जी वापस श्री आनंदपुर साहब आए ने। श्री आनंदपुर साहब दीआं रौनकां महाराज जी दे नाल फिर दोबारा बहाल होईआं। आओ कलगियां वाले पातशाह की पवित्र पावन कथा मन अते बिरतियां नूं एकाग्र करके सरवण करिए। नासरो मनसूर गुरु गोबिंद सिंह इज़दी मंजूर गुरु गोबिंद सिंह जुमला फैज़े नूर गुरु गोबिंद सिंह हाकरा गंजूर गुरु गोबिंद सिंह। दोहां जहानां दे सुख हे कलगीधर पातशाह जी महाराज, आप जी दियां जुल्फां दे आप जी दे केसां दे नाल बधे हुए ने दोहां जहानां दे सुख। ऐसे दीन दयाल सतगुरां दे पवित्र चरनां विच अपनी सुरत केंद्रित करिए।
ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਕਲ ਸੈਲ ਪਤ ਥਿਰ ਰਹੇ, ਨਿਜ ਰਾਜਧਾਨੀ ਜਾਏ। ਜਿਤਨੇ ਪਹਾੜੀ ਰਾਜੇ ਨੇ, ਸਾਰੇ ਰਾਜੇ ਆਪੋ ਆਪਣੀਆਂ ਰਾਜਧਾਨੀਆਂ 'ਚ, ਗੜਵਾਲ ਰਿਆਸਤ ਦਾ ਰਾਜਾ ਆਪਣੀ ਰਾਜਧਾਨੀ 'ਚ, ਰਾਜਾ ਭੀਮ ਚੰਦ ਆਪਣੀ ਰਾਜਧਾਨੀ ਵਿੱਚ, ਰਾਜਾ ਕੁੱਲੂ, ਰਾਜਾ ਕੰਠਲ, ਰਾਜਾ ਮੰਡੀ, ਰਾਜਾ ਸਿਰਮੌਰ, ਰਾਜਾ ਸ਼੍ਰੀਨਗਰ, ਰਾਜਾ ਜੰਮੂ। ਤੋ ਇਹ ਜਿੰਨੇ ਵੀ ਰਾਜੇ ਨੇ ਪਹਾੜੀ ਰਿਆਸਤਾਂ ਦੇ, ਇਹ ਆਪੋ ਆਪਣੀਆਂ ਰਾਜਧਾਨੀਆਂ ਦੇ ਵਿੱਚ ਜਾ ਵਸੇ ਹਨ। ਆਨ ਮਾਨ ਸਤਿਗੁਰੂ ਕੀ ਔਰ ਹੰਕਾਰ ਬਿਲਾਏ। ਸਤਿਗੁਰੂ ਕਲਗੀਧਰ ਜੀ ਦੀ ਆਨ ਇਹਨਾਂ ਨੇ ਮੰਨੀ ਹੈ, ਮਹਾਰਾਜ ਜੀ ਦੀ ਆਨ ਮੰਨ ਲਈ ਹੈ। ਜਾਣਦੇ ਨੇ ਕਿ ਸਤਿਗੁਰਾਂ ਦੇ ਨਾਲ ਲੜ ਕੇ ਅਸੀਂ ਬਰਾਬਰ ਨਹੀਂ ਪੁੱਜ ਸਕਦੇ। ਹਿਰਦੇ ਦਾ ਇਹਨਾਂ ਦਾ ਜਿਹੜਾ ਵੱਡਾ ਹੰਕਾਰ ਸੀ ਨਾ, ਹਉਮੈ, ਕਿ ਸਾਡੇ ਵਰਗਾ ਬਲੀ ਕੌਣ ਹੈ, ਉਹ ਹੰਕਾਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੋੜ ਕੇ ਇਹਨਾਂ ਦਾ ਚਕਨਾਚੂਰ ਕਰ ਦਿੱਤਾ ਹੈ। ਹਾਂਜੀ। ਚੌਪਈ ਜਹਾਂ ਕਹਾਂ ਹੋਏ ਤੂਸ਼ਨ ਥਿਰੇ। ਹੁਣ ਜਿੰਨੇ ਵੀ ਰਾਜੇ ਨੇ ਚੁੱਪਚਾਪ ਜਿੱਥੇ ਹੈਣ ਉੱਥੇ ਟਿਕ ਗਏ। ਜਿੱਥੇ ਜਿੱਥੇ ਵੀ ਸੀ ਆਪੋ ਆਪਣੀਆਂ ਥਾਵਾਂ ਤੇ ਟਿਕ ਕੇ ਬਹਿ ਗਏ। ਭੀਮ ਚੰਦ ਨਰ ਪਠਵਨ ਕਰੇ। ਰਾਜੇ ਭੀਮ ਚੰਦ ਨੇ ਵੇਖਿਆ ਕਿ ਗੁਰੂ ਜੀ ਆਨੰਦਪੁਰ ਸਾਹਿਬ ਵਾਪਸ ਆ ਗਏ ਨੇ, ਤੇ ਮੇਰਾ ਭਲਾ ਇਹਦੇ ਵਿੱਚ ਹੀ ਹੈ ਕਿ ਮੈਂ ਉਹਨਾਂ ਦੀ ਹੁਣ ਸ਼ਰਨ 'ਚ ਜਾ ਕੇ ਆਪਣੀ ਗਲਤੀ ਦੀ ਮਾਫੀ ਮੰਗਾਂ। ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ, ਇਹਨਾਂ ਦਾ ਕੋਈ ਪੈਰ ਨਹੀਂ ਹੁੰਦਾ, ਝੂਠ ਦੇ ਉੱਤੇ ਇਹਨਾਂ ਦੀ ਬੁਨਿਆਦ ਹੁੰਦੀ ਹੈ। ਹਾਂ, ਕੋਈ ਵਿਰਲਾ ਵਿਅਕਤੀ ਹੋਵੇ ਜਿਹੜਾ ਰਾਜਨੀਤੀ ਨੂੰ ਸਹੀ ਢੰਗ ਦੇ ਵਿੱਚ ਧਰਮ ਦੇ ਪ੍ਰਭਾਵ ਥੱਲੇ ਰੱਖ ਕੇ ਵਰਤੇ, ਵਰਨਾ ਆਮ ਕਰਕੇ ਕੂਟ ਰਾਜਨੀਤੀ ਵਰਤੀ ਜਾਂਦੀ ਹੈ। ਮੌਕਾ ਵੇਖਿਆ ਜਾਂਦਾ ਵੀ ਲੋਕਾਂ ਦੀ ਇਸ ਵੇਲੇ ਕਿਹੜੀ ਮੰਗ ਹੈ ਅਤੇ ਉਹਦੇ ਨਾਲ ਕਿਵੇਂ ਉਹਨਾਂ ਨਾਲ ਇਮੋਸ਼ਨਲ ਤੌਰ ਦੇ ਉੱਤੇ ਖੇਡਿਆ ਜਾ ਸਕਦਾ। ਇਹੀ ਕੁਝ ਸਾਡੇ ਵਰਤਾਰੇ ਵਿੱਚ, ਸਮਾਜ ਵਿੱਚ ਵਰਤਦਾ ਅਸੀਂ ਅਕਸਰ ਵੇਖਦੇ ਹਾਂ। ਭੀਮ ਚੰਦ ਨੂੰ ਪਤਾ ਸੀ ਕਿ ਗੁਰੂ ਸਾਹਿਬ ਦੇ ਨਾਲ ਵੈਰ ਕੀਤਿਆਂ ਗੱਲ ਨਹੀਂ ਬਣਨੀ। ਗੁਰੂ ਸਾਹਿਬ ਮੇਰੀ ਰਿਆਸਤ ਵਿੱਚ ਆਨੰਦਪੁਰ ਸਾਹਿਬ ਨੇ, ਕੋਲ ਰਹਿੰਦੇ ਨੇ, ਅਤੇ ਪਹਿਲਾਂ ਮੈਂ ਵੇਖ ਹੀ ਲਿਆ ਜੰਗ ਕਰਕੇ। ਇਸ ਕਰਕੇ ਇਹਨੇ ਹੁਣ ਸਤਿਗੁਰਾਂ ਦੀ ਆਨ ਮੰਨਣ ਦਾ ਫੈਸਲਾ ਕੀਤਾ। ਤੋ ਉਸ ਵਕਤ ਰਾਜੇ ਭੀਮ ਚੰਦ ਨੇ ਆਪਣਾ ਇੱਕ ਅਹਿਲਕਾਰ, ਆਪਣਾ ਇੱਕ ਵਜ਼ੀਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਭੇਜਿਆ। ਪ੍ਰਭ ਜੀ ਭੂਲਿਓ ਮੈਂ ਬਖਸ਼ੀ ਜੈ। ਬੇਨਤੀ ਕਰਕੇ ਭੇਜਿਆ ਕਿ ਭੀਮ ਚੰਦ ਨੇ ਇਹ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੂੰ, ਹੇ ਪ੍ਰਭੂ ਜੀ, ਮੈਂ ਭੁੱਲ ਗਿਆ ਹਾਂ, ਮੈਂ ਭੁੱਲ ਗਿਆ ਸੀ ਤੁਹਾਡੀ ਮਹਿਮਾ ਨੂੰ, ਤੁਹਾਡੇ ਪ੍ਰਤਾਪ ਨੂੰ। ਕਿਰਪਾ ਕਰੋ ਮੇਰੀ ਭੁੱਲ ਨੂੰ ਬਖਸ਼ ਲਵੋ। ਨਿਜ ਬਖਸ਼ਿੰਦ ਬਿਰਦ ਲਖ ਲੀਜੈ। ਸਤਿਗੁਰੂ ਜੀ, ਤੁਹਾਡਾ ਜੋ ਬਿਰਦ ਹੈ ਉਹ ਹੈ ਬਖਸ਼ਿੰਦ। ਤੁਸੀਂ ਬਖਸ਼ਣਹਾਰ ਹੋ, ਬਖਸ਼ ਲੈਂਦੇ ਹੋ। ਮਹਾਰਾਜ ਜੀ, ਤੁਹਾਡਾ ਬਿਰਦ ਬਖਸ਼ਿੰਦ ਹੈ, ਤੁਸੀਂ ਬਖਸ਼ਣਹਾਰ ਹੋ, ਬਖਸ਼ ਲੈਂਦੇ ਹੋ। ਹਮਨੇ ਆਪਣੋ ਸਗਲ ਬਿਗਾਰਾ। ਮਹਾਰਾਜ ਜੀ, ਤੁਹਾਡੇ ਨਾਲ ਜੰਗ ਕਰਕੇ, ਯੁੱਧ ਕਰਕੇ, ਲੜਾਈ ਕਰਕੇ ਅਸੀਂ ਆਪਣਾ ਆਪ ਹੀ ਵਿਗਾੜਿਆ। ਹੁਣ ਤਾਈਂ ਅਸੀਂ ਆਪਣਾ ਹੀ ਨੁਕਸਾਨ ਕੀਤਾ ਹੈ। ਭਇਓ ਵਿਰੋਧ ਨਿਤਾ ਪ੍ਰਤ ਭਾਰਾ। ਔਰ ਨਿਤਾ ਪ੍ਰਤੀ ਅਸੀਂ ਤੁਹਾਡੇ ਨਾਲ ਵਿਰੋਧ ਰੱਖਿਆ, ਤੁਹਾਡੇ ਨਾਲ ਦੁਸ਼ਮਣੀ ਕੀਤੀ ਹੈ। ਅਬ ਮੈਂ ਸ਼ਰਨ ਪਰਿਓ ਬਲਹਾਰੀ। ਮਹਾਰਾਜ, ਮੈਂ ਆਪਣਾ ਬਲ ਹਾਰ ਕੇ ਤੁਹਾਡੀ ਸ਼ਰਨ 'ਚ ਪੈ ਗਿਆ ਹਾਂ। ਮੈਂ ਆਪਣਾ ਬਲ ਤਿਆਗ ਕੇ ਤੁਹਾਡੀ ਸ਼ਰਨ 'ਚ ਆ ਪਿਆ ਹਾਂ।
ਗੌਰਵ ਮਹਿਮਾ ਜਾਣ ਤਿਹਾਰੀ। ਮੈਂ ਤੁਹਾਡੀ ਵੱਡੀ ਭਾਰੀ ਮਹਿਮਾ ਨੂੰ ਜਾਣ ਲਿਆ, ਆਪ ਜੀ ਦੇ ਗੌਰਵ ਨੂੰ, ਆਪ ਜੀ ਦੇ ਮਹਾਨ ਤੇਜ ਤੇ ਪ੍ਰਤਾਪ ਨੂੰ ਮੈਂ ਜਾਣ ਲਿਆ ਹੈ। ਗਨ ਰਾਜੇ ਉਪਦੇਸ਼ਤ ਮੋਈ। ਮੇਰੇ ਨਾਲ ਦੇ ਜਿਹੜੇ ਰਾਜੇ ਸੀ ਉਹ ਮੈਨੂੰ ਗਲਤ ਮੱਤਾਂ ਦਿੰਦੇ ਸੀ। ਭੀਮ ਚੰਦ ਨੇ ਬਹਾਨਾ ਲਾਇਆ ਕਿ ਆਪਣਾ ਦਿਮਾਗ ਤੇਰਾ ਘਾਹ ਚਰਨ ਗਿਆ, ਜੇ ਦੂਜੇ ਤੈਨੂੰ ਆਪਣੇ ਪਿੱਛੇ ਲਾ ਲੈਂਦੇ, ਤੂੰ ਕਾਹਦਾ ਰਾਜਾ, ਤੂੰ ਕਾਹਦੀ ਰਾਜਨੀਤੀ ਕਰਦਾ। ਕਹਿੰਦਾ ਜੀ ਮੈਨੂੰ ਜਿਹੜੇ ਆ ਦੂਜੇ ਪਹਾੜੀ ਰਾਜੇ ਨੇ ਉਹ ਗਲਤ ਮੱਤਾਂ ਦੇ ਕੇ ਤੁਹਾਡੇ ਖਿਲਾਫ ਮੈਨੂੰ ਭਰਮਾਉਂਦੇ ਸਨ। ਜਿਸ ਤੇ ਰਾਵਰ ਸੋਰਣ ਹੋਈ। ਜਿਸ ਕਾਰਨ ਕਰਕੇ ਮੈਨੂੰ ਤੁਹਾਡੇ ਨਾਲ ਜੰਗ ਕਰਨਾ ਪਿਆ, ਯੁੱਧ ਕਰਨਾ ਪਿਆ। ਦਰਅਸਲ ਮੈਂ ਜੰਗ ਨਹੀਂ ਸੀ ਕਰਨਾ ਚਾਹੁੰਦਾ, ਜੰਗ ਕਰਨ ਵਾਸਤੇ ਮੈਨੂੰ ਜਿਹੜੇ ਆ ਹੋਰ ਰਾਜੇ ਨੇ ਪਹਾੜੀ ਉਹ ਉਕਸਾਉਂਦੇ ਸਨ। ਕਹੇ ਅਪਰ ਕੇ ਬਿਗਰਤ ਰਹਿਓ। ਇੱਕ ਗੱਲ ਇਹਦੇ ਵਿੱਚ ਸੰਕੇਤਕ ਤੌਰ ਦੇ ਉੱਤੇ ਸਪਸ਼ਟ ਨਹੀਂ ਹੈ, ਪਰ ਸੰਕੇਤ ਮਿਲਦਾ ਹੈ ਕਿ ਦਰਅਸਲ ਰਾਜੇ ਭੀਮ ਚੰਦ ਨੂੰ ਵਰਤਦਾ ਸੀ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ। ਸਿੱਧੇ ਤੌਰ ਤੇ ਭੀਮ ਚੰਦ ਨੂੰ ਨਹੀਂ ਸੀ ਕਹਿੰਦਾ ਤੂੰ ਗੁਰੂ ਸਾਹਿਬ ਦੇ ਖਿਲਾਫ ਲੜ। ਇੱਧਰੋਂ ਉੱਧਰੋਂ ਕਟੋਚੀਏ ਵਰਗੇ ਰਾਜੇ, ਹੰਡੂਰੀਏ ਵਰਗਿਆਂ ਨੂੰ ਹੱਲਾਸ਼ੇਰੀ ਦੇ ਕੇ ਕਿ ਤੁਸੀਂ ਭੀਮ ਚੰਦ ਨੂੰ ਭਰਮਾਓ ਕਿ ਜਾ ਕੇ ਗੁਰੂ ਜੀ ਨਾਲ ਜੰਗ ਕਰੇ। ਉਹਦੀ ਰਿਆਸਤ ਵਿੱਚ, ਕਹਿਲੂਰ ਰਿਆਸਤ ਵਿੱਚ ਗੁਰੂ ਜੀ ਦਾ ਨਗਰ ਹੈ। ਇਹ ਸੰਕੇਤ ਜ਼ਰੂਰ ਸੀ ਕਿ ਇਹ ਪਹਾੜੀ ਰਾਜੇ ਵੀ ਜਿਹੜੇ ਸਤਿਗੁਰਾਂ ਨਾਲ ਲੜੇ ਨੇ, ਉਹਦੇ ਪਿੱਛੇ ਕਿਤੇ ਨਾ ਕਿਤੇ ਡਾਕਟਰ ਭਾਈ ਵੀਰ ਸਿੰਘ ਜੀ ਦੀ ਖੋਜ ਮੁਤਾਬਕ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਦੇ ਪਰਿਆਏ ਲਾਏ ਨੇ, ਭਾਈ ਵੀਰ ਸਿੰਘ ਜੀ ਦੀ ਮਿਹਨਤ ਸਦਕਾ ਇਹ ਗ੍ਰੰਥ ਜੋ ਇੱਥੇ ਪ੍ਰਕਾਸ਼ ਹੁੰਦੀਆਂ ਨੇ ਪੋਥੀਆਂ, ਇਹ ਵੱਡੇ ਆਕਾਰ ਦੀਆਂ 4 ਹਿੱਸਿਆਂ ਵਿੱਚ ਪੋਥੀਆਂ ਉਹਨਾਂ ਵੇਲਿਆਂ ਵਿੱਚ ਭਾਈ ਸਾਹਿਬ ਹੋਣਾ ਛਪਵਾਈਆਂ ਸਨ ਤਾਂ ਜੋ ਕਥਾ ਕਰਨ ਵਿੱਚ ਸੁਖੈਨ ਹੋਣ। ਅਤੇ ਹੁਣ ਆਮ ਕਰਕੇ ਜਿਹੜੀਆਂ ਭਾਸ਼ਾ ਵਿਭਾਗ ਤੋਂ ਪੋਥੀਆਂ ਮਿਲਦੀਆਂ ਨੇ ਉਹ 14 ਹਿੱਸਿਆਂ ਵਿੱਚ ਨੇ, 14 ਭਾਗ ਨੇ, ਉਹਦੇ 14 ਜਿਲਦਾਂ ਨੇ। ਤੋ ਜਿੱਥੋਂ ਆਪਾਂ ਕਥਾ ਕਰਦੇ ਹਾਂ ਇਹਦੇ 4 ਹਿੱਸੇ ਨੇ। ਤੋ ਭਾਈ ਵੀਰ ਸਿੰਘ ਜੀ ਨੇ ਸੰਕੇਤ ਦਿੱਤਾ ਕਈ ਥਾਵਾਂ 'ਤੇ ਕਿ ਦਰਅਸਲ ਇਹ ਜਿਹੜੇ ਰਾਜੇ ਸਨ ਇਹ ਦਿੱਲੀ ਸਰਕਾਰ ਦੀ ਸ਼ਹਿ 'ਤੇ ਕੰਮ ਕਰਦੇ ਸੀ ਗੁਰੂ ਸਾਹਿਬ ਦੇ ਖਿਲਾਫ। ਕਹੇ ਅਪਰ ਕੇ ਬਿਗਰਤ ਰਹਿਓ। ਕਹਿੰਦਾ ਜੀ ਮੈਂ ਹੋਰਨਾਂ ਦੇ ਕਹਿਣ 'ਤੇ ਤੁਹਾਡੇ ਨਾਲ ਵਿਗਾੜ ਰੱਖਿਆ, ਆਪ ਨਹੀਂ ਸੀ ਮੈਂ ਤੁਹਾਡੇ ਨਾਲ ਵਿਗੜਨਾ ਚਾਹੁੰਦਾ। ਆਹ ਹੋਰ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਦੇ ਕਹਿਣ ਤੇ ਮੈਂ ਤੁਹਾਡੇ ਨਾਲ ਵਿਗਾੜ ਰੱਖਿਆ ਹੈ। ਅਬ ਮੈਂ ਸ਼ਰਨ ਮਹਾਤਮ ਲਹਿਓ। ਮਹਾਰਾਜ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਔਰ ਤੁਹਾਡਾ ਮਹਾਤਮ, ਤੁਹਾਡੀ ਮਹਿਮਾ ਨੂੰ ਮੈਂ ਜਾਣਿਆ। ਮੈਨੂੰ ਇਹ ਬਰਗਲਾਉਂਦੇ ਸਨ ਰਾਜੇ, ਇਹ ਆਪਣੇ ਪਿੱਛੇ ਲਾਉਂਦੇ ਸਨ। ਪਿੱਛੇ ਲਾਉਣ ਦੇ ਕਾਰਨ ਦਿੱਲੀ ਸਰਕਾਰ ਸੀ, ਕਿਉਂਕਿ ਦਿੱਲੀ ਸਰਕਾਰ ਦਾ ਰਵੱਈਆ ਤਾਂ ਪੰਜਾਬ ਪ੍ਰਤੀ ਹਮੇਸ਼ਾ ਹੀ ਦੁਬਦਾ ਵਾਲਾ ਹੀ ਰਿਹਾ ਹੈ, ਤੋ ਹਮੇਸ਼ਾ ਮਤਰਿਆ ਭਾਵ ਹੀ ਰੱਖਿਆ ਹੈ। ਜਿਹੜੇ ਆਪਣੇ ਹੱਕ ਹਕੂਕ ਨੇ ਉਹ ਪੰਜਾਬੀਆਂ ਨੂੰ ਨਹੀਂ ਵਰਤਣ ਦਿੱਤੇ ਜਾਂਦੇ, ਚਾਹੇ ਉਹ ਪੁਰਾਤਨ ਸਮਾਂ ਸੀ ਚਾਹੇ ਉਹ ਵਰਤਮਾਨ ਸਮਾਂ ਸੀ। ਹਾਂਜੀ, ਇਤਿਆਦਿਕ ਲਿਖ ਬਿਨੇ ਬਡੇਰੀ। ਇਤਿਆਦਿਕ ਬੇਨਤੀਆਂ ਜਿਹੜੀਆਂ ਨੇ ਉਹ ਲਿਖ ਕੇ ਉਸ ਵੇਲੇ ਭੇਜੀਆਂ। ਗੁਰ ਟਿਕ ਪਟੀ ਜਿਮੋ ਮਤ ਮੇਰੀ। ਸਤਿਗੁਰੂ ਜੀ ਦੇ ਕੋਲ ਉਹ ਚਿੱਠੀ ਭੇਜੀ, ਆਪਣਾ ਇੱਕ ਵਜ਼ੀਰ ਭੇਜਿਆ ਭੀਮ ਚੰਦ ਨੇ। ਉਹ ਆਖਿਆ ਮਹਾਰਾਜ ਮੇਰੇ ਕੋਲੋਂ ਗਲਤੀ ਹੋਈ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਛਿਮਾ ਕਰ ਦਿਓ। ਤਬ ਸਤਿਗੁਰ ਕਾਗਦ ਪਠਵਾਇਓ। ਉਸ ਵਕਤ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਚਿੱਠੀ ਜੋ ਭੀਮ ਚੰਦ ਦੀ ਭੇਜੀ ਆਈ ਹੈ ਉਹ ਆਪਣੇ ਸੇਵਾਦਾਰ ਨੂੰ ਕਿਹਾ, ਉਹਨੇ ਪੜ੍ਹ ਕੇ ਮਹਾਰਾਜ ਜੀ ਨੂੰ ਸੁਣਾਈ। ਦਇਆ ਸਿੰਘ ਸੁਨ ਬਾਕ ਅਲਾਇਓ। ਗੁਰਦੇਵ ਦੇ 5 ਪਿਆਰਿਆਂ ਦੇ ਜਥੇਦਾਰ, ਸਮੁੱਚੇ ਖਾਲਸੇ ਦੇ ਪਹਿਲੇ ਜਥੇਦਾਰ ਆਪਾਂ ਮੁਖੀ ਕਹਿ ਸਕਦੇ ਹਾਂ। ਸਾਰੇ ਸਿੱਖਾਂ ਵਿੱਚੋਂ ਮੁਖੀ ਆਗੂ ਉਹ ਪਿਆਰੇ ਭਾਈ ਦਇਆ ਸਿੰਘ ਜੀ ਹਨ। ਖਾਲਸੇ ਵਿੱਚ ਸਭ ਤੋਂ ਮੂਹਰੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਦਿੱਤਾ ਹੈ।
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਲਾਗੇ ਬੈਠੇ ਬੋਲੇ, ਅਬ ਤੋ ਭਇਓ ਨਿਮਰ ਤਜ ਗਰਬਾ। ਮਹਾਰਾਜ ਹੁਣ ਤਾਂ ਰਾਜਾ ਭੀਮ ਚੰਦ ਵਿਨਿਮਰ ਹੋਇਆ ਆਪ ਜੀ ਦੇ ਚਰਨਾਂ ਵਿੱਚ, ਆਪਣਾ ਹੰਕਾਰ ਤੇ ਹਉਮੈ ਨੂੰ ਤਿਆਗ ਕੇ ਛੱਡ ਕੇ। ਖੋਏ ਦਰਬ ਅਰ ਜਸ ਜਗ ਸਰਬਾ। ਮਹਾਰਾਜ ਨਾਲੇ ਪੈਸਾ ਵੀ ਖਰਾਬ ਕੀਤਾ ਭੀਮ ਚੰਦ ਨੇ, ਦੂਜਾ ਲੋਕਾਂ ਦੀਆਂ ਲਾਹਨਤਾਂ ਖੱਟੀਆਂ ਨੇ। ਇਹਦੀ ਵਡਿਆਈ ਘਟੀ ਹੈ, ਲੋਕਾਂ ਵਿੱਚ ਇਹਨੂੰ ਲਾਹਨਤਾਂ ਦਾ ਸਾਹਮਣਾ, ਤਰਕਾਰਾਂ ਦਾ ਸਾਹਮਣਾ ਕਰਨਾ ਪਿਆ। ਸ਼ਰਨ ਪਰਿਓ ਚਾਹਤ ਹੋਏ ਹਿਤ ਮੈਂ। ਮਹਾਰਾਜ ਆਪ ਜੀ ਦੀ ਹੁਣ ਸ਼ਰਨ ਚ ਪੈਣਾ ਚਾਹੁੰਦਾ ਭੀਮ ਚੰਦ। ਉਹਨੇ ਵੇਖ ਲਿਆ ਕਿ ਗੁਰੂ ਜੀ ਦੀ ਸ਼ਰਨ ਚ ਪੈਣਾ ਹੀ ਮੇਰੇ ਹਿੱਤ ਵਿੱਚ ਹੈ, ਮੇਰੇ ਭਲੇ ਵਿੱਚ ਹੈ। ਲਖਿਓ ਮਹਾਤਮ ਮੈਂ ਕੁਛ ਚਿਤ ਮੈਂ। ਉਹਨੇ ਆਪ ਜੀ ਦਾ ਕੁਝ ਮਹਾਤਮ, ਕੁਝ ਮਹਿਮਾ ਆਪਣੇ ਚਿੱਤ ਵਿੱਚ ਜਾਣ ਲਈ ਹੈ। ਉਹਨੂੰ ਪਤਾ ਹੈ ਕਿ ਆਪ ਜੀ ਦੀ ਸ਼ਰਨ ਚ ਪੈ ਕੇ ਹੀ ਉਹਦਾ ਭਲਾ ਹੋਣਾ ਹੈ। ਉਚਿਤ ਸੰਧੀ ਜੇ ਜਾਨੋ ਤਾਈ। ਮਹਾਰਾਜ ਜੇ ਰਾਜੇ ਭੀਮ ਚੰਦ ਵੱਲੋਂ ਭੇਜੀ ਹੋਈ ਇਹ ਸੰਧੀ ਦੀ ਚਿੱਠੀ ਆਪ ਜੀ ਉਚਿਤ ਸਮਝਦੇ ਹੋ ਕਿ ਉਹਦੇ ਨਾਲ ਸੰਧੀ ਕਰਨੀ ਯੋਗ ਹੈ, ਲਿਓ ਮਿਲਾਏ ਸ਼੍ਰੀ ਪ੍ਰਭ ਪਗ ਪਾਈ। ਉਹ ਮਹਾਰਾਜ ਜੀ ਫਿਰ ਆਪ ਜੀ ਨੂੰ ਉਹਨੂੰ ਆਪਣੇ ਚਰਨਾਂ ਨਾਲ ਮਿਲਾ ਲੈਣਾ ਚਾਹੀਦਾ। ਜੇ ਉਹ ਸੰਧੀ ਕਰਨਾ ਚਾਹੁੰਦਾ ਆਪ ਜੀ ਦੇ ਨਾਲ, ਉਹਦੀ ਇਹ ਬਿਰਤੀ ਹੈ, ਤਾਂ ਮਹਾਰਾਜ ਉਹਦੀ ਇਸ ਬਿਰਤੀ ਮੁਤਾਬਕ ਉਹਨੂੰ ਫਲ ਦੇਣਾ ਚਾਹੀਦਾ ਹੈ। ਭੀਮ ਚੰਦ ਜੇ ਮਾਨੀ ਆਨ। ਰਾਜੇ ਭੀਮ ਚੰਦ ਨੇ ਜੇ ਤੁਹਾਡੀ ਆਨ ਮੰਨ ਲਈ ਹੈ, ਉਹ ਤੁਹਾਡੀ ਸ਼ਰਨ ਚ ਪੈ ਕੇ ਆਪਣੀ ਗਲਤੀ ਦੀ ਖਿਮਾ ਯਾਚਨਾ ਕਰ ਰਿਹਾ ਹੈ। ਅਪਰ ਜਿਗਿਰ ਪਤ ਕੇਤਕ ਮਾਨ। ਉਹ ਮਹਾਰਾਜ ਸੁਭਾਵਕ ਹੈ, ਬਾਕੀ ਦੇ ਜਿਹੜੇ ਪਹਾੜੀ ਰਾਜੇ ਨੇ ਉਹ ਵੀ ਫਿਰ ਤੁਹਾਡੀ ਈਨ ਮੰਨਣਗੇ, ਉਹ ਵੀ ਤੁਹਾਡੀ ਸ਼ਰਨ ਵਿੱਚ ਆਉਣਗੇ। ਬੇਮੁਖ ਹੋਏ ਮਾਰ ਬੋ ਖਾਈ। ਕਿਉਂਕਿ ਤੁਹਾਡੇ ਤੋਂ ਬੇਮੁਖ ਹੋ ਕੇ ਇਹਨਾਂ ਨੇ ਬੜੀ ਮਾਰ ਖਾਧੀ ਹੈ, ਇਹਨਾਂ ਦਾ ਅਪਜਸ ਹੋਇਆ, ਇਹਨਾਂ ਦੀਆਂ ਫੌਜਾਂ ਵੀ ਮਰੀਆਂ ਨੇ, ਅਨਾਦਰ ਹੋਇਆ ਹੈ। ਸ਼ਰਨ ਪਰੇ ਔਰ ਮੈਂ ਪਛਤਾਈ। ਤੇ ਹੁਣ ਉਹ ਪਛਤਾਵਾ ਕਰਕੇ ਤੁਹਾਡੀ ਸ਼ਰਨ ਵਿੱਚ ਆ ਰਿਹਾ ਹੈ, ਤਾਂ ਮਹਾਰਾਜ ਚਾਹੀਦਾ ਹੈ ਕਿ ਹੁਣ ਉਹਨੂੰ ਆਪ ਜੀ ਆਪਣੇ ਨਾਲ ਮਿਲਾ ਲਵੋ। ਮੇਲੋ ਆਪ ਉਚਿਤ ਹੈ ਬਾਤੀ। ਮਹਾਰਾਜ ਅਸੀਂ ਹੁਕਮ ਨਹੀਂ ਪੇ ਕਰਦੇ, ਇਹ ਬਾਕੀ ਫੈਸਲਾ ਆਪ ਜੀ ਦੇ ਹੱਥ ਵਿੱਚ ਹੈ ਕਿ ਤੁਸੀਂ ਉਹਨੂੰ ਆਪਣੇ ਨਾਲ ਸੰਧੀ ਕਰਕੇ ਮੇਲਣਾ ਚਾਹੁੰਦੇ ਹੋ ਕਿ ਨਹੀਂ, ਇਹ ਤੁਹਾਡੇ ਲਈ ਹੈ। ਮਹਾਰਾਜ ਤੁਸੀਂ ਵੇਖੋ, ਜੇ ਅਧੀਨ ਇਮ ਬਡੋ ਅਰਾਤੀ। ਪਰ ਨੀਤੀ ਇਹ ਕਹਿੰਦੀ ਹੈ ਕਿ ਜੇ ਵੱਡਾ ਦੁਸ਼ਮਣ ਏਦਾਂ ਅਧੀਨ ਹੋ ਜਾਏ, ਜਿਹੜਾ ਵੱਡਾ ਦੁਸ਼ਮਣ ਹੈ ਉਹ ਏਦਾਂ ਅਧੀਨਗੀ ਪ੍ਰਵਾਨ ਕਰ ਲਵੇ। ਸੁਨ ਕਲਗੀ ਤਰ ਬਾਕ ਬਖਾਨਾ। ਤੇ ਬਾਕੀ ਦੇ ਜਿਹੜੇ ਦੋਖੀ ਨੇ ਉਹ ਵੀ ਅਧੀਨਗੀ ਮੰਨ ਲੈਣਗੇ। ਜਦੋਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਕਲਗੀਧਰ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਕਲਗੀਧਰ ਜੀ ਨੇ ਸੁਣਿਆ ਤੇ ਬੋਲੇ, ਪ੍ਰਥਮ ਕੁਕਰਮ ਤਿਨੋ ਹੀ ਠਾਨਾ। ਮਹਾਰਾਜ ਜੀ ਕਹਿੰਦੇ ਦਇਆ ਸਿੰਘ ਜੀ ਤੁਹਾਡੇ ਵਾਸਤੇ ਸਭ ਕੁਝ ਵਿਦਤ ਹੈ, ਪ੍ਰਗਟ ਹੀ ਹੈ ਕਿ ਅਸੀਂ ਉਹਨਾਂ ਨਾਲ ਪਹਿਲਾਂ ਵੈਰ ਨਹੀਂ ਕੀਤਾ, ਅਸੀਂ ਆਪਣੇ ਵੱਲੋਂ ਕੋਈ ਪਹਿਲ ਨਹੀਂ ਕੀਤੀ, ਉਹਨਾਂ ਨੇ ਹੀ ਪਹਿਲਾਂ ਕੁਕਰਮ ਕੀਤਾ। ਫੌਜਾਂ ਲੈ ਕੇ ਚੜਾ ਕੇ ਉਹੀ ਆਏ ਹਨ। ਅਬ ਜੇ ਮਿਲੇ ਨਹੀਂ ਅਪਮਾਨੈ। ਤੇ ਜੇ ਹੁਣ ਉਹ ਮਿਲਣਾ ਚਾਹੁੰਦੇ ਨੇ, ਉਹ ਅਪਮਾਨ ਨਹੀਂ ਕਰਨਾ ਚਾਹੁੰਦੇ, ਤਜੇ ਵਿਰੋਧ ਗੁਰਨ ਕੋ ਮਾਨੈ। ਉਹ ਮਨ ਦੇ ਵਿੱਚੋਂ ਵਿਰੋਧਾ ਭਾਸ ਛੱਡ ਕੇ ਗੁਰੂ ਘਰ ਦੀ ਸ਼ਰਨ ਨੂੰ ਮੰਨਦਾ ਹੈ। ਹਮ ਹੋਏ ਤਥਾ ਜਥਾ ਸੋ ਹੋਏ। ਤੇ ਫਿਰ ਅਸੀਂ ਵੀ ਉਹਦੇ ਨਾਲ ਉਦਾਂ ਹੀ ਪੇਸ਼ ਆਵਾਂਗੇ ਜਿਵੇਂ ਉਹ ਆ ਰਿਹਾ। ਜੇ ਜੰਗ ਕਰਨ ਆਇਆ ਤੇ ਅੱਗੋਂ ਜੰਗ ਹੋਇਆ, ਜੇ ਪਿਆਰ ਨਾਲ ਸੰਧੀ ਦੇ ਨਾਲ ਸ਼ਰਨ ਚ ਆਉਂਦਾ ਤੇ ਅੱਗੋਂ ਅਸੀਂ ਵੀ ਉਸੇ ਤਰ੍ਹਾਂ ਹੀ ਵੇਖ। ਇੱਥੇ ਦਾ ਜਿਹਾ ਵੇਖਿਆ ਤਿਹਾ ਵੇਖ ਹੈ ਵੀ ਜਿੱਦਾਂ ਦਾ ਕੋਈ ਵੇਖਦਾ ਅੱਗੋਂ ਉਦਾਂ ਹੀ ਉਹਨੂੰ ਦਿਸਣਾ। ਕਲਗੀਧਰ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਉਹ ਸਾਡੇ ਨਾਲ ਚੱਲੇਗਾ ਉਸੇ ਤਰ੍ਹਾਂ ਅਸੀਂ ਉਹਦੇ ਨਾਲ ਚੱਲਾਂਗੇ। ਹੱਥ ਨੂੰ ਹੱਥ ਹੁੰਦਾ, ਕਹਾਵਤ ਹੈ ਸਿਆਣਿਆਂ ਦੀ ਵੀ ਹੱਥ ਨੂੰ ਹੱਥ ਹੁੰਦਾ ਹੈ, ਜਿਵੇਂ ਉਹ ਚੱਲੇਗਾ ਉਦਾਂ ਅਸੀਂ ਚੱਲਾਂਗੇ। ਮਿਲੇ ਮਿਲਾਵੇ ਅੰਤਰ ਖੋਏ। ਇਹ ਮਿਲਣਾ ਚਾਹੁੰਦਾ ਹੈ ਤੇ ਅਸੀਂ ਮਿਲਾਵਾਂਗੇ, ਅਸੀਂ ਆਪਣੇ ਮਨ ਚ ਉਹਦੇ ਪ੍ਰਤੀ ਅੰਤਰਾ ਨਹੀਂ ਰੱਖਾਂਗੇ।
ਕੋਈ ਫਰਕ ਨਹੀਂ ਰੱਖਾਂਗੇ। ਰਿਸ ਬਸ ਹੋਏ ਕੈ ਲੜ ਬੇਚਾਹਾ, ਤੇ ਜੇ ਕ੍ਰੋਧ ਵਸ ਹੋ ਕੇ ਉਹਨੇ ਲੜਨ ਦੀ ਇੱਛਾ ਕੀਤੀ ਤਿਮਹੀ ਮਿਲੇ ਮੇਲ ਰਣ ਮਾਹਾ। ਤੇ ਫਿਰ ਜੰਗ ਦੇ ਮੈਦਾਨ 'ਚ ਉਸੇ ਤਰ੍ਹਾਂ ਹੀ ਮਿਲਾਂਗੇ। ਜੇ ਉਸ ਤਰੀਕੇ ਨਾਲ ਮਿਲਣਾ ਚਾਹੁੰਦਾ ਪਹਿਲਾਂ ਹੋ ਹੀ ਚੁੱਕਾ। ਜੇ ਕ੍ਰੋਧ ਕਰਕੇ ਉਹ ਜੰਗ ਦੇ ਮੈਦਾਨ 'ਚ ਮਿਲਣਾ ਚਾਹੁੰਦਾ ਤਾਂ ਉਦਾਂ ਅਸੀਂ ਮਿਲੇ ਆ, ਤੇ ਜੇ ਹੁਣ ਪ੍ਰੇਮ ਭਾਵ ਰੱਖ ਕੇ ਮਿਲਣਾ ਚਾਹੁੰਦਾ ਤਾਂ ਉਸੇ ਤਰ੍ਹਾਂ ਮਿਲਾਂਗੇ। ਦਿਓ ਹੁਕਮਨਾਮਾ ਲਿਖਵਾਏ। ਉਸੇ ਵਕਤ ਮਹਾਰਾਜ ਗੁਰੂ ਕਲਗੀਧਰ ਸਵਾਮੀ ਜੀ ਨੇ ਆਪਣਾ ਹੁਕਮਨਾਮਾ ਲਿਖਵਾਇਆ ਰਾਜੇ ਭੀਮ ਚੰਦ ਦੇ ਨਾਂ ਤੇ। ਮ੍ਰਿਦੁਲ ਬਾਕ ਇਤ ਕੋ ਜਿਸ ਪਾਏ। ਜਿਵੇਂ ਭੀਮ ਚੰਦ ਨੇ ਸਨਿਮਰ ਬੇਨਤੀ ਪ੍ਰੇਮ ਨਾਲ ਕੀਤੀ ਸੀ, ਉਹਦੇ ਪ੍ਰੇਮ ਭਰੇ ਬੇਨਤੀ ਦੇ ਨਾਲ ਜਵਾਬ ਵੀ ਉਸੇ ਪ੍ਰੇਮ ਭਰੇ ਲਫ਼ਜ਼ਾਂ ਨਾਲ ਹੀ ਦਿੱਤਾ ਗਿਆ। ਦੂਤ ਗਇਓ ਲੈ ਕਰ ਟਿਗ ਜਾਬੇ। ਮਹਾਰਾਜ ਜੀ ਕੋਲੋਂ ਹੁਕਮਨਾਮਾ ਚਿੱਠੀ ਲੈ ਕੇ ਰਾਜੇ ਦਾ ਭੀਮ ਚੰਦ ਦਾ ਜਿਹੜਾ ਵਜ਼ੀਰ ਸੀ ਇਹ ਵਾਪਸ ਗਿਆ ਭੀਮ ਚੰਦ ਕੋਲ। ਖੋਲ ਪਠਾਏ ਜਾਨ ਹਿਤ ਸਬੇ। ਇਹਨੇ ਉਹ ਸਾਰੀ ਚਿੱਠੀ ਖੋਲ ਕੇ ਪੜ੍ਹਾਈ ਔਰ ਉਹਦੇ ਨਾਲ ਇਹਨੇ ਜਾਣਿਆ ਭੀਮ ਚੰਦ ਨੇ ਕਿ ਮੇਰੇ ਹਿੱਤ ਵਿੱਚ ਸਤਿਗੁਰੂ ਜੀ ਨੇ ਚਿੱਠੀ ਭੇਜੀ ਹੈ। ਹਰਕਤ ਹੋਏ ਕਰ ਕੋਪ ਮਿਟਾਇਓ। ਖੁਸ਼ ਹੋਇਆ, ਪ੍ਰਸੰਨ ਹੋਇਆ ਤੇ ਆਪਣੇ ਮਨ ਦਾ ਰੋਸ ਭੀਮ ਚੰਦ ਨੇ ਛੱਡਿਆ। ਪੁਨ ਪੰਮਾ ਪ੍ਰਧਾਨ ਪਠਾਇਓ। ਜਦੋਂ ਇਹਨੇ ਗੁਰੂ ਸਾਹਿਬ ਵੱਲੋਂ ਖੁੱਲ ਵੇਖ ਲਈ ਤੇ ਫਿਰ ਇਹਨੇ ਆਪਣਾ ਜਿਹੜਾ ਖਾਸ ਵਜ਼ੀਰ ਸੀ ਪੰਮਾ ਵਜ਼ੀਰ, ਇਹ ਪੁਰੋਹਿਤ ਵੀ ਸੀ ਇਹਦੀ ਕੁਲ ਦਾ, ਉਹਨੂੰ ਰਾਜੇ ਭੀਮ ਚੰਦ ਨੇ ਭੇਜਿਆ। ਮੇਲ ਕਰਿਓ ਬਾਤਨ ਕੇ ਸਾਥ। ਪੰਮਾ ਵਜ਼ੀਰ ਮਹਾਰਾਜ ਜੀ ਕੋਲ ਆਇਆ ਕਿ ਤੁਸੀਂ ਜਾ ਕੇ ਗੁਰੂ ਸਾਹਿਬ ਨਾਲ ਮੇਲ ਮਿਲਾਪ ਦੀਆਂ ਬਾਤਾਂ ਕਰੋ, ਮੇਰੇ ਵੱਲੋਂ ਉਹਨਾਂ ਪ੍ਰਤੀ ਮੇਰੇ ਅੰਦਰ ਦੀ ਜਿਹੜੀ ਭਾਵਨਾ ਉਹ ਪ੍ਰਗਟ ਕਰ। ਪਇਓ ਸ਼ੁੱਧ ਮਨ ਪੁਨ ਗਿਰਨਾਥ। ਇਹਦਾ ਕੁਝ ਸਮੇਂ ਲਈ ਭੀਮ ਚੰਦ ਦਾ ਮਨ ਵੀ ਜਿਹੜਾ ਸੀ ਉਹ ਸ਼ੁੱਧ ਹੋ ਗਿਆ, ਕੁਝ ਸਮੇਂ ਲਈ ਹੋਇਆ, ਕਿਉਂਕਿ ਇਹ ਕੱਚੇ ਤਾਂ ਇਹਨਾਂ ਨੂੰ ਪਹਾੜੀਆਂ ਨੂੰ ਕੱਚੇ ਕਿਹਾ ਜਾਂਦਾ। ਇਹਨਾਂ ਦਾ ਨਿਸ਼ਚਾ ਇੱਕੋ ਜਿਹਾ ਨਹੀਂ ਰਹਿੰਦਾ। ਖਿੰਨ 'ਚ ਮਾਸਾ ਤੇ ਖਿੰਨ 'ਚ ਤੋਲਾ ਹੋਣ ਵਾਲੀ ਬਿਰਤੀ ਹੁੰਦੀ ਹੈ ਇਹਨਾਂ ਦੀ। ਹੁਣ ਇੱਕ ਵਾਰ ਤਾਂ ਭੀਮ ਚੰਦ ਦਾ ਮਨ ਬਿਲਕੁਲ ਸ਼ੁੱਧ ਹੋਇਆ। ਆਵਾਜਾਈ ਸਚਿਵਨ ਕੇਰੀ। ਇਹਦਾ ਵਜ਼ੀਰਾਂ ਦੀ ਸਤਿਗੁਰੂ ਜੀ ਦੇ ਨਾਲ ਆਵਾਜਾਈ ਜਿਹੜੀ ਆ ਉਹ ਚੱਲ ਪਈ। ਕਰਤਰਿਓ ਦੇ ਭੇਂਟ ਬਡੇਰੀ। ਢਾਵਾਂ ਭੇਟ ਕਰਕੇ ਮਹਾਰਾਜ ਜੀ ਦੇ ਨਾਲ ਇਹ ਮੇਲਾ ਗੇਲਾ ਕਰਦਾ ਰਿਹਾ। ਅਪਰ ਹੰਡੂਰੀ ਆਦਿਕ ਸਾਰੇ। ਜਦੋਂ ਭੀਮ ਚੰਦ ਸ਼ਰਨ 'ਚ ਪਿਆ ਤੇ ਜਿਹੜੇ ਬਾਕੀ ਰਾਜੇ ਸੀ ਉਹਨਾਂ ਆਖਿਆ ਸੀ ਕਿਤੇ ਪਿੱਛੇ ਰਹਿ ਜੀ, ਕਿਤੇ ਗੁਰੂ ਜੀ ਸਾਡੇ ਵੱਲ ਨਾ ਰੁਖ ਕਰ ਲੈਣ। ਤੋ ਬਾਕੀ ਦੇ ਜਿਹੜੇ ਰਾਜੇ ਸਨ ਉਹ ਵੀ ਮਹਾਰਾਜ ਜੀ ਦੀ ਸ਼ਰਨ ਵਿੱਚ ਭੇਟਾਵਾਂ ਭੇਟ ਕਰਨ ਲੱਗੇ। ਆਪਣੇ ਵਜ਼ੀਰਾਂ ਨੂੰ, ਆਪਣੇ ਅਹਿਲਕਾਰਾਂ ਨੂੰ ਸਤਿਗੁਰਾਂ ਕੋਲ ਭੇਜਦੇ ਹਨ। ਮੰਤਰੀ ਪਠੇ ਪਰੇ ਜਬ ਕਾਰੇ। ਜਦੋਂ ਕੋਈ ਕਾਰਜ ਹੁੰਦਾ ਹੈ, ਕੋਈ ਕੰਮ ਹੁੰਦਾ ਹੈ ਤਾਂ ਉਹ ਰਾਜੇ ਮਹਾਰਾਜ ਜੀ ਦੇ ਕੋਲ ਆਪਣੇ ਵਜ਼ੀਰਾਂ ਨੂੰ ਭੇਜਦੇ ਨੇ, ਮੰਤਰੀਆਂ ਨੂੰ ਭੇਜਦੇ ਨੇ। ਕਿਸ ਗਿਰਪਤ ਕੈ ਭਾਵ ਵਿਸਾਲਾ। ਕਿਸੇ ਪਹਾੜੀ ਰਾਜੇ ਦੇ ਮਨ 'ਚ ਸ਼ੁੱਧ ਭਾਵ ਵੀ ਹੁੰਦਾ ਹੈ ਕਿ ਚਿਤ ਕਰੇ ਅਲਪ ਇਤਵਾਲਾ। ਤੇ ਕਈ ਬਸ ਵੇਖਾ ਵੇਖੀ ਕਰਦੇ ਨੇ, ਕਈਆਂ ਦੇ ਅੰਦਰ ਭਾਵ ਨੇ। ਜਿਵੇਂ ਮੰਡੀ ਦਾ ਰਾਜਾ ਹੈ, ਉਹ ਗੁਰੂ ਸਾਹਿਬ ਦਾ ਸ਼ਰਧਾਲੂ ਹੈ। ਇਸੇ ਤਰ੍ਹਾਂ ਬਿਪੌਰ ਦਾ ਰਾਜਾ, ਵਿਸਾਲੀ, ਇਹ ਜਿੰਨੇ ਰਾਜੇ ਨੇ ਮਹਾਰਾਜ ਜੀ ਦੇ ਸ਼ਰਧਾਲੂ ਵੀ ਨੇ। ਪੌਂਟਾ ਸਾਹਿਬ ਸਿਰਮੌਰ ਰਿਆਸਤ ਦਾ ਜਿਹੜਾ ਰਾਜਾ ਹੈ ਉਹ ਵੀ ਗੁਰੂ ਪਾਤਸ਼ਾਹ ਦਾ ਸੇਵਾਦਾਰ ਸ਼ਰਧਾਲੂ ਹੈ। ਤੋ ਇਸ ਤਰ੍ਹਾਂ ਇਹ ਸਾਰੇ ਰਾਜੇ ਮਹਾਰਾਜ ਜੀ ਦੀ ਸ਼ਰਨ 'ਚ ਆ ਰਹੇ ਨੇ। ਇਸ ਬਿਦ ਰਸ ਹੋਇਓ ਗਿਰ ਰਾਜਨ। ਇਸ ਪ੍ਰਕਾਰ ਨਾਲ ਸਤਿਗੁਰਾਂ ਦੇ ਪਾਸ ਸਾਰੇ ਰਾਜਿਆਂ ਦਾ ਰਸ ਬਣ ਗਿਆ। ਕਰੇ ਸੁਧਾਰਨ ਆਪਣੇ ਕਾਜਨ। ਔਰ ਆਪੋ ਆਪਣੇ ਕੰਮ ਮਹਾਰਾਜ ਜੀ ਦੀ ਸ਼ਰਨ 'ਚ ਪੈ ਕੇ ਸੁਧਾਰਦੇ ਹਨ। ਕਬ ਕਬ ਸਤਿਗੁਰ ਚੜੇ ਅਖੀਰ। ਕਦੇ ਕਦੇ ਮਹਾਰਾਜ ਜੀ ਸ਼ਿਕਾਰ ਤੇ ਚੜ੍ਹਦੇ ਹਨ। ਵਿਚਰੈ ਕਾਨਨ ਇਤਿ ਉਤਹੀਰ। ਔਰ ਜੰਗਲ ਵਿੱਚ ਆਪਣੀ ਸਵੈ ਇੱਛਾ ਮੁਤਾਬਕ ਸਤਿਗੁਰੂ ਜੀ ਵਿਚਰਦੇ ਹਨ। ਜਿਨ੍ਹਾਂ ਜੀਵਾਂ ਦਾ ਭਲਾ ਕਰਨਾ, ਕਲਿਆਣ ਕਰਨਾ, ਮਹਾਰਾਜ ਜੀ ਉਹਨਾਂ ਦੀ ਕਲਿਆਣ ਕਰਦੇ ਨੇ ਸ਼ਿਕਾਰ ਦੇ ਬਹਾਨੇ। ਸੰਗ ਖਾਲਸਾ ਹੋਏ ਸਮੁਦਾਏ। ਪਾਤਸ਼ਾਹ ਦੇ ਨਾਲ ਮਹਾਰਾਜ ਜੀ ਦਾ ਸਾਰਾ ਖਾਲਸਾ
ਸਤਿਗੁਰਾਂ ਦੇ ਤਿਆਰ ਬਰ ਤਿਆਰ ਯੋਧੇ ਸਿੰਘ ਚੜ੍ਹਦੇ ਹਨ। ਤੀਰ ਗੋਰੀਆਂ ਵਹਿਰ ਚਲਾਏ, ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ, ਤੀਰ ਚਲਾਉਂਦੇ ਨੇ। ਨਿਤ ਸ਼ਸਤਰਨ ਕੋ ਹੋਏ ਅਭਿਆਸਾ, ਇਹ ਤਾਂ ਨਿਤ ਸ਼ਸਤਰਾਂ ਦਾ ਅਭਿਆਸ ਹੁੰਦਾ, ਸ਼ਸਤਰ ਵਿਦਿਆ ਦੇ ਜੌਹਰ ਵਿਖਾਏ ਜਾਂਦੇ ਨੇ। ਪਰਚੈ ਰਹੇ ਪ੍ਰਭੂ ਕੇ ਪਾਸਾ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਸਾਰੇ ਪਰਚੇ ਰਹਿੰਦੇ ਹਨ। ਰਾਣੇ ਰਾਏ ਮਿਲੇ ਸਮੁਦਾਏ, ਵੱਡੇ ਵੱਡੇ ਰਾਣੇ ਰਾਜੇ ਕਲਗੀਧਰ ਦੀ ਸ਼ਰਨ ਚ ਆ ਕੇ ਮਹਾਰਾਜ ਜੀ ਨੂੰ ਮਿਲਦੇ ਹਨ। ਜੇ ਸੈਲਨ ਕੇ ਵਿਖੇ ਬਸਾਏ, ਜਿਹੜੇ ਪਹਾੜੀ ਰਿਆਸਤਾਂ ਦੇ ਵਿੱਚ ਵਸਦੇ ਨੇ, ਰਹਿੰਦੇ ਹਨ। ਸਭ ਹਿਨ ਆਨ ਪ੍ਰਭੂ ਕੀ ਮਾਨੀ, ਇਹ ਸਾਰਿਆਂ ਨੇ ਸਤਿਗੁਰਾਂ ਦੀ ਆਣ ਮੰਨ ਲਈ ਹੈ, ਗੁਰਦੇਵ ਦੀ ਸ਼ਰਨ ਮੰਨ ਲਈ ਹੈ। ਮਾਨੇ ਜੇ ਨਾ ਮਿਟੇ ਰਾਜਧਾਨੀ, ਪਤਾ ਹੈ ਕਿ ਜੇ ਸਤਿਗੁਰਾਂ ਦੀ ਆਣ ਨਾ ਮੰਨੀ ਤਾਂ ਸਾਡੀ ਰਾਜਧਾਨੀ ਬਿਨਸ ਜਾਣੀ ਹੈ। ਅਨਕ ਅਕੋਰਨ ਕੋ ਅਰਪੰਤੇ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਹ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਦੇ ਹਨ। ਵਸਤ ਅਜਾਇਬ ਹੀਰ ਪਠੰਤੇ, ਔਰ ਅਜਾਇਬ ਵਸਤੂਆਂ ਜਿਹੜੀਆਂ ਬੜੀਆਂ ਕੀਮਤੀ ਵਸਤੂਆਂ ਨੇ ਉਹ ਮਹਾਰਾਜ ਜੀ ਦੇ ਚਰਨਾਂ 'ਚ ਲਿਆ ਕੇ ਅਰਪਣ ਕਰਦੇ ਹਨ। ਆਚੇ ਫਲ ਗਨ ਤੋਰ ਬਟੋਰ, ਚੰਗੇ ਚੰਗੇ ਵਧੀਆ ਫਲ ਉਹ ਆਪਣੇ ਬਗੀਚਿਆਂ ਚੋਂ ਤੋੜ ਕੇ ਮਹਾਰਾਜ ਜੀ ਨੂੰ ਭੇਜਦੇ ਹਨ। ਡਾਲੀ ਪਠੇ ਗੁਰੂ ਕੀ ਓਰ, ਟਾਹਣੀਆਂ ਦੇ ਸਮੇਤ, ਡਾਲੀਆਂ ਦੇ ਸਮੇਤ ਜਿਹੜੇ ਫਲ ਨੇ ਤੋੜ ਕੇ ਭੇਜਦੇ ਨੇ ਕਿ ਉਹ ਤਾਜ਼ੇ ਜੇ ਰਹਿਣ। ਤੋ ਟਹਿਣੀਆਂ ਦੇ ਸਮੇਤ ਕਈ ਫਲ ਤੋੜ ਕੇ ਭੇਜਦੇ ਨੇ, ਗੁੱਛਿਆਂ ਦੇ ਗੁੱਛੇ। ਕੋ ਸੂਖਮ ਚਾਵਰ ਪਹੁੰਚਾਵੇ, ਕਈ ਮਹਾਰਾਜ ਜੀ ਦੇ ਚਰਨਾਂ ਵਿੱਚ ਸੂਖਮ ਚਾਵਲ, ਜਿਹੜੇ ਬਾਰੀਕ ਚਾਵਲ ਹੁੰਦੇ ਐ, ਜਿਨ੍ਹਾਂ ਨੂੰ ਅੱਜ ਕੱਲ ਬਾਸਮਤੀ ਦੇ ਚੌਲ ਕਹਿ ਦਿੰਦੇ ਹਨ, ਉਹ ਬਾਰੀਕ ਲੰਮੇ ਜਿਹੜੇ ਸੂਖਮ ਚਾਵਲ ਨੇ ਉਹ ਮਹਾਰਾਜ ਜੀ ਦੇ ਕੋਲ ਭੇਜਦੇ ਹਨ। ਕੋਬੋ ਮੋਲੇ ਵਸਤਰ ਪਠਾਵੇ, ਕਈ ਸ਼ਰਧਾਲੂ ਮਹਾਰਾਜ ਜੀ ਦੇ ਵਾਸਤੇ ਬਹੁਮੁੱਲੇ ਕੀਮਤੀ ਵਸਤਰ ਭੇਟ ਕਰਕੇ ਭੇਜਦੇ ਹਨ। ਜਿਸ ਬਿਲੋਕ ਪ੍ਰਭ ਕਰੇ ਆਨੰਦ, ਮਹਾਰਾਜ ਜੀ ਖੁਸ਼ੀਆਂ ਕਰਦੇ ਹਨ। ਐਸੀ ਵਸਤ ਪਠਾਏ ਬਿਲੰਦ, ਐਸੀਆਂ ਸੋਹਣੀਆਂ ਵਸਤੂਆਂ ਮਹਾਰਾਜ ਜੀ ਕੋਲ ਭੇਜਦੇ ਨੇ ਸ਼ਰਧਾਲੂ ਕਿ ਜਿਨ੍ਹਾਂ ਨੂੰ ਵੇਖ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਹੋਣ। ਇੱਕ ਦਿਨ ਗੁਰ ਦੀਵਾਨ ਮਜਾਰੀ, ਇੱਕ ਦਿਨ ਸਤਿਗੁਰੂ ਕਲਗੀਧਰ ਜੀ ਦਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੀਵਾਨ ਲੱਗਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਵਾਨ ਵਿੱਚ ਬੈਠੇ ਹਨ। ਨਾਰਦ ਸਾਧ ਰੂਪ ਨਿਜ ਤਾਰੀ, ਕਿ ਇੰਨੇ ਨੂੰ ਨਾਰਦ ਉਹਨੇ ਸਾਧੂ ਰੂਪ ਬਣਾਇਆ ਆਪਣਾ, ਸਾਧੂਆਂ ਵਾਲਾ, ਤੇ ਸਾਧ ਰੂਪ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਸੁੰਦਰ ਪੰਖ ਬਿਹੰਗਮ ਕੇਰੇ, ਤੁਸੀਂ ਆਖੋਗੇ ਨਾਰਦ ਕਿਹੜੇ ਟਾਈਮ ਆ ਗਿਆ? ਵੀ ਨਾਰਦ ਤਾਂ ਬੜਾ ਪੁਰਾਣਾ। ਜਿਹੜੀਆਂ ਵਾਹਿਗੁਰੂ ਪਰਮੇਸ਼ਰ ਦੀਆਂ ਸ਼ਕਤੀਆਂ ਨੇ ਨਾ ਇਹ ਦੇਵ ਰੂਪ ਦੇ ਵਿੱਚ, ਇਹ ਸਾਰੀਆਂ ਮਹਾਰਾਜ ਜੀ ਦੇ ਚਰਨਾਂ ਦੀਆਂ ਦਾਸੀਆਂ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਾਰੇ ਦੇਵ ਮਹਾਰਾਜ ਜੀ ਦੇ ਚਰਨਾਂ ਨੂੰ ਪੂਜਦੇ ਹਨ, ਨਮਸਕਾਰ ਕਰਦੇ ਹਨ। 33 ਕਰੋੜ ਦੇਵਤੇ ਮਹਾਰਾਜ ਜੀ ਦੇ ਪਾਣੀਹਾਰ ਨੇ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਚ ਨਾਰਦ ਆਇਆ, ਇਹਦੇ ਸਾਧੂਆਂ ਵਾਲਾ ਭੇਖ ਬਣਾਇਆ। ਤੋ ਸਾਧੂਆਂ ਵਾਲਾ ਭੇਖ ਬਣਾ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਤਰੀ ਉਪਾਇਨ ਆਨ ਅਗੇਰੇ, ਇਹਦੇ ਕੋਲ ਨਾ ਕੁਝ ਖੰਭ ਨੇ ਕਿਸੇ ਪੰਛੀ ਦੇ, ਤੇ ਬੜੇ ਸੁੰਦਰ ਖੰਭ ਨੇ। ਉਹ ਇਹਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇਟਾ ਵਜੋਂ ਅਰਪਣ ਕੀਤੇ। ਬੰਧਨ ਠਾਨ ਦਰਸ ਕਰ ਬੈਸਾ, ਸਤਿਗੁਰਾਂ ਦੇ ਚਰਨਾਂ 'ਚ ਬੰਦਨਾ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਬਹਿ ਗਿਆ। ਦੇਖ ਨ ਤ੍ਰਿਪਤੈ ਬਹੁ ਚੁੱਧ ਜੈਸਾ, ਸਤਿਗੁਰਾਂ ਦੇ ਦਰਸ਼ਨ ਕਰਕੇ ਇਹਦਾ ਮਨ ਨਹੀਂ ਰੱਜਦਾ, ਇਹਦਾ ਮਨ ਨਹੀਂ ਤ੍ਰਿਪਤ ਹੁੰਦਾ। ਮਾਨੋ ਕਿਵੇਂ ਜਿਵੇਂ ਜਨਮਾਂ ਦਾ ਭੁੱਖਾ ਹੋਵੇ ਤੇ ਸਤਿਗੁਰਾਂ ਦੇ ਦਰਸ਼ਨ ਕਰੀ ਜਾਵੇ ਤੇ ਰੱਜੇ ਨਾ। ਜਿਵੇਂ ਕੋਈ ਬਹੁਤ ਭੁੱਖਾ ਹੋਵੇ ਨਾ, ਰੋਟੀ ਖਾਈ ਜਾਵੇ ਤੇ ਕੋਲ ਕਹਿ ਦਿੰਦੇ ਨਾ ਆਪਾਂ ਕਹਾਵਤ, ਪਤਾ ਨਹੀਂ ਕਿੰਨੇ ਜਨਮਾਂ ਦਾ ਭੁੱਖਾ ਹੈ, ਖਾਈ ਜਾਂਦਾ। ਕਿੰਨੇ ਜਨਮਾਂ ਦਾ ਭੁੱਖਾ ਹੈ।
ਇਦਾਂ ਹੀ ਕਹਿ ਸਕਦੇ। ਭਾਈ ਸਾਹਿਬ ਉਹੀ ਅਲੰਕਾਰ ਵਰਤ ਰਹੇ ਨੇ, ਕਹਿੰਦੇ ਮਾਨੋ ਕਈ ਜਨਮਾਂ ਦਾ ਭੁੱਖਾ ਹੈ ਨਾਰਦ, ਤੇ ਸਤਿਗੁਰਾਂ ਦੇ ਦਰਸ਼ਨਾਂ ਦੀ ਭੁੱਖ ਸੀ ਇਹਨੂੰ, ਤੇ ਦਰਸ਼ਨ ਕਰ ਕਰਕੇ ਇਹਦਾ ਮਨ ਨਹੀਂ ਰੱਜਦਾ। ਕਹਿੰਦਾ ਮਨ ਚ ਭਾਵਨਾ ਦਰਸ਼ਨ ਕਰੀ ਜਾਵਾਂ, ਸਤਿਗੁਰਾਂ ਦੇ ਐਸੇ ਸੁੰਦਰ ਦੀਦਾਰ ਹਨ। ਤਬ ਸਤਿਗੁਰ ਸਾਦਰ ਬੈਠਾਇਓ। ਸਤਿਗੁਰੂ ਜੀ ਨੇ ਬੜਾ ਸਤਿਕਾਰ ਕਰਕੇ ਨਾਰਦ ਨੂੰ ਭਗਤ ਲਿਖਿਆ ਗੁਰਬਾਣੀ 'ਚ। ਭਗਤ ਨਾਰਦ ਨੂੰ ਭਗਤ ਰੂਪ 'ਚ ਬਿਆਨ ਕੀਤਾ। ਇਹ ਭਗਤੀ ਕਰਦਾ, ਵੀਣਾ ਫੜ ਕੇ ਹੱਥ ਵਿੱਚ ਨਾਰਾਇਣ 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 ਪੜਦਾ, ਪਰਮੇਸ਼ਰ ਦਾ ਜਾਪ ਜਪਦਾ। ਪਰ ਇਹਦੀ ਜਿਹੜੀ ਘਰ ਵਾਲੀ ਆ ਉਹ ਕਲ ਹੈ। ਇਸ ਕਰਕੇ ਜੇ ਕਿਸੇ ਨੂੰ ਕਲੇਸ਼ੀ ਕਹਿਣਾ ਹੋਵੇ ਤੇ ਕਹਾਵਤ ਕਹਿ ਦਿੰਦੇ ਤਾਂ ਨਾਰਦ ਹੈ, ਇਹਦੇ ਤੋਂ ਬਚ ਕੇ ਰਹੋ। ਜਿਹਨੇ ਕਲੇਸ਼ ਪਾਣਾ ਹੁੰਦਾ ਕਲ ਹੈ ਪਾਣੀ, ਉਹਨੂੰ ਨਾਰਦ ਕਹਿ ਦਿੰਦੇ। ਪਰ ਨਾਰਦ ਭਗਤ, ਗੁਰਬਾਣੀ 'ਚ ਇਹਨੂੰ ਭਗਤ ਲਿਖਿਆ, ਭਗਤ ਨਾਰਦ ਹੀ ਲਿਖਿਆ ਮਹਾਰਾਜ ਜੀ ਨੇ। ਭਗਤ ਨਾਰਦ ਦੀ ਹਿਰਦੈ ਨਾ ਆਨੀ। ਤੋ ਨਾਰਦ ਦਾ ਮਹਾਰਾਜ ਜੀ ਨੇ ਅਦਬ ਕੀਤਾ। ਨਾਰਾਇਣ ਦਾ ਨਾਮ ਜਪਦਾ, ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦਾ ਸਤਿਕਾਰ ਤਾਂ ਕੀਤਾ ਹੀ ਜਾਂਦਾ ਨਾ। ਉਹਨਾਂ ਤੋਂ ਤਾਂ ਮਹਾਰਾਜ ਜੀ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ। ਤੂੰ ਇਹਦਾ ਸਤਿਕਾਰ ਕਰਕੇ ਮਹਾਰਾਜ ਜੀ ਨੇ ਇਹਨੂੰ ਬਿਠਾਇਆ। ਮੁਸਕਾਵਤ ਸ਼੍ਰੀ ਬਦਨੀ ਅਲਾਇਓ। ਪਾਤਸ਼ਾਹ ਮੁਸਕਰਾ ਕੇ ਬੋਲੇ, ਪੰਖ ਆਨ ਬੇਹੇਤ ਕੁਸਾਲਾ। ਮਹਾਰਾਜ ਜੀ ਕਹਿੰਦੇ ਭਗਤ ਜੀ ਇਹ ਪੰਖ ਲਿਆਉਣ ਵਾਸਤੇ ਇੰਨੀ ਹਿੰਮਤ ਕੀਤੀ ਹੈ, ਖੰਭ ਲਿਆਵਣ ਦੀ ਤੁਸੀਂ ਇਹ ਖੇਚਲਾ ਕੀਤੀ ਹੈ। ਕਿਉਂ ਰਿਖੀ ਦੇਵ ਆਪ ਤੁਮ ਚਾਲਾ। ਹੇ ਰਿਖੀ ਦੇਵ ਜੀ ਇਹ ਖੰਭ ਭੇਟ ਕਰਨ ਲਈ ਇੰਨੀ ਘਾਲਣਾ ਘਾਲ ਕੇ ਕਿਉਂ ਆਏ ਹੋ? ਤੁਮਰੋ ਦਰਸ਼ਨ ਹੈ ਬਹੁ ਪਾਵਨ। ਰਿਖੀ ਜੀ ਤੁਹਾਡੇ ਦਰਸ਼ਨ ਵੀ, ਜਿਹੜੇ ਭਗਤਾਂ ਦੇ ਦਰਸ਼ਨ ਹੁੰਦੇ ਆ ਉਹ ਪਵਿੱਤਰ ਹੁੰਦੇ ਨੇ। ਕਰੋ ਕਿਰਪਾ ਜਬ ਕਰੋ ਦਿਖਾਵਨ। ਤੇ ਤੁਸੀਂ ਵੀ ਤਦੇ ਹੀ ਆਉਂਦੇ ਹੋ ਕਿਸੇ ਕੋਲ ਜਦੋਂ ਤੁਹਾਡੇ ਮਨ 'ਚ ਮੌਜ ਹੋਵੇ, ਖੁਸ਼ੀ ਹੋਵੇ। ਪਰਉਪਕਾਰ ਹੇਤ ਧਰ ਫਿਰੇ। ਤੇ ਪਰਉਪਕਾਰ ਵਾਸਤੇ ਧਰਤੀ ਤੇ ਫਿਰਦੇ ਹੋ। ਸੁਰ ਮਨ ਜਨ ਕੋ ਪਾਵਨ ਕਰੇ। ਔਰ ਦੇਵਤਿਆਂ ਮੁਨੀਆਂ ਜਨਾਂ ਨੂੰ ਤੁਸੀਂ ਪਵਿੱਤਰ ਕਰਦੇ ਹੋ। ਸੁਨ ਮੁਨੀ ਨਾਰਦ ਪਰਮ ਵਿਸ਼ਾਰਦ। ਨਾਰਦ ਮੁਨੀ ਜੀ ਉਸ ਵੇਲੇ ਬੋਲੇ, ਬੜੇ ਖੇੜੇ ਵਿੱਚ ਨੇ, ਬੜੇ ਆਨੰਦ ਵਿੱਚ ਸਿਆਣੇ ਬੋਲੇ। ਉੱਤਰ ਹੇਤ ਬਖਾਨੀ ਸਾਰਦ। ਜਵਾਬ ਦੇਣ ਲਈ, ਸਾਰਦ ਨਾਮ ਹੁੰਦਾ ਬਾਣੀ ਦਾ, ਬੋਲਣ ਦਾ। ਕਹਿੰਦੇ ਬੋਲਣ ਲਈ ਇਹਨਾਂ ਨੇ ਸਾਰਦ ਬਾਣੀ ਉਚਾਰੀ। ਸ਼੍ਰੀ ਅਸਕੇਤ ਪੁੱਤਰ ਪ੍ਰਿਯ ਪਰਮ। ਮਹਾਰਾਜ ਤੁਸੀਂ ਅਸਕੇਤ ਦੇ ਪੁੱਤਰ ਹੋ। ਅਸਕੇਤ ਅਕਾਲ ਪੁਰਖ ਨੂੰ ਕਿਹਾ। ਮਹਾਰਾਜ ਜੀ ਤੁਸੀਂ ਅਕਾਲ ਪੁਰਖ ਦੇ ਪਿਆਰੇ ਪੁੱਤਰ ਹੋ। ਤੇ ਕਲਗੀਧਰ ਜੀ ਆਪ ਲਿਖਦੇ ਨੇ ਵੀ ਮੈਂ ਅਕਾਲ ਪੁਰਖ ਦਾ ਪੁੱਤਰ ਹਾਂ। ਮੇਰੇ ਪਾਤਸ਼ਾਹ ਨੇ ਬਚਨ ਉਚਾਰੇ ਬਚਿੱਤਰ ਨਾਟਕ ਵਿੱਚ। ਮਹਾਰਾਜ ਜੀ ਨੇ ਆਪ ਲਿਖੀ ਇਹ ਬਾਣੀ ਆਪਣੇ ਹੱਥੀਂ। ਤੇ ਪਾਤਸ਼ਾਹ ਬਚਿੱਤਰ ਨਾਟਕ ਦੀ ਬਾਣੀ ਉਚਾਰਦਿਆਂ ਲਿਖਦੇ ਆ ਕਿ ਅਕਾਲ ਪੁਰਖ ਜੀ ਨੇ ਕਿਹਾ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਵੇ ਕਹੋ ਸਾਜਾ। ਕਿ ਅਕਾਲ ਪੁਰਖ ਜੀ ਨੇ ਕਿਹਾ ਮੈਂ ਤੁਹਾਨੂੰ ਆਪਣਾ ਪੁੱਤਰ ਬਣਾਇਆ, ਤੁਸੀਂ ਮੇਰੇ ਪੁੱਤਰ ਹੋ। ਨਾਰਦ ਵੀ ਕਹਿ ਰਿਹਾ ਮਹਾਰਾਜ ਤੁਸੀਂ ਅਕਾਲ ਪੁਰਖ ਜੀ ਦੇ ਪਿਆਰੇ ਪੁੱਤਰ ਹੋ। ਧਰਿਓ ਰੂਪ ਗੁਰ ਰਾਖਨ ਧਰਮ। ਤੁਸੀਂ ਇਹ ਗੁਰੂ ਰੂਪ ਧਾਰਨ ਕਰਕੇ ਜਗਤ ਵਿੱਚ ਆਏ ਹੋ ਤਾਂ ਉਹਦਾ ਕਾਰਨ ਹੈ ਤੁਸੀਂ ਧਰਮ ਦੀ ਰੱਖਿਆ ਲਈ ਆਏ ਹੋ। ਧਰਮ ਉਬਾਰਨ, ਜਿਹੜਾ ਧਰਮ ਹੈ, ਧਰਮ ਦੀ ਰਾਖੀ ਵਾਸਤੇ ਆਪ ਜੀ ਆਏ ਹੋ, ਗੁਰੂ ਰੂਪ ਧਾਰਨ ਕਰਕੇ ਅਵਤਰੇ ਹੋ। ਤੀਨ ਤਾਪ ਖਾਪਨ ਸ਼ੁਭ ਦਰਸ਼ਨ। ਮਹਾਰਾਜ ਤੁਹਾਡੇ ਸ਼ੁਭ ਦਰਸ਼ਨ ਤਿੰਨਾਂ ਤਾਪਾਂ ਦਾ ਨਾਸ ਕਰਦੇ ਆ। ਤਿੰਨ ਤਾਪ ਕਿਹੜੇ ਨੇ? ਆਦਿ ਵਿਆਧੀ ਉਪਾਧੀ। ਮਨ ਦੇ, ਜਿਹੜੇ ਮਨ ਕਰਕੇ ਲੱਗੇ ਹੁੰਦੇ ਆ। ਇਸੇ ਤਰ੍ਹਾਂ ਸਰੀਰ ਕਰਕੇ, ਜਿਹੜਾ ਸਰੀਰ ਕਰਕੇ ਚਿੰਬੜਿਆ ਹੋਵੇ ਉਹ ਵਿਆਧੀ। ਤੇ ਜਿਹੜੇ ਆ ਬਾਹਰੋਂ ਵਿਆਪਦੇ ਆ ਝਗੜੇ ਵਗੈਰਾ, ਉਹਨਾਂ ਨੂੰ ਕਹਿ ਦਿੰਦੇ ਆ ਉਪਾਧੀ। ਇਹ ਤਿੰਨ ਤਾਪ ਨੇ। ਮਨ ਦਾ ਤਾਪ ਹੈ, ਫਿਰ ਸਰੀਰ ਦਾ, ਤੇ ਫਿਰ ਬਾਹਰੀ ਤਾਪ। ਇਹ ਤਿੰਨ ਤਾਪ ਮਹਾਰਾਜ ਜੀ ਤੁਸੀਂ ਨਿਵਾਰਨ ਵਾਲੇ ਹੋ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ।
ਮਹਾਰਾਜ ਜੀ ਤੁਸੀਂ ਤਿੰਨਾਂ ਤਾਪਾਂ ਨੂੰ ਨਿਵਾਰਨ ਵਾਲੇ ਹੋ, ਆਦੀ ਵਿਆਦੀ ਉਪਾਦੀ ਨੂੰ। ਆਏ ਸੁਰਗ ਤੇ ਹਰਖਤ ਪਰਸਨ, ਮਹਾਰਾਜ ਮੈਂ ਖੁਸ਼ੀ ਨਾਲ ਆਪ ਜੀ ਦੇ ਦਰਸ਼ਨ ਪਰਸਨ ਵਾਸਤੇ ਆਇਆ ਹਾਂ। ਰਿਕਤ ਪਾਣ ਨੇ ਆਵਤ ਆਛੇ, ਮਹਾਰਾਜ ਖਾਲੀ ਹੱਥ ਆਉਂਦਾ ਤੁਹਾਡੇ ਦਰਸ਼ਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ। ਜਾਂ ਤੇ ਪੇਟ ਲਿਆਇਓ, ਜਾਂ ਤੇ ਪੇਟ ਲਿਆਇ ਬੋ ਬਾਛੇ। ਇਸ ਕਰਕੇ ਮੈਂ ਸੋਚਿਆ ਕਿ ਗੁਰੂ ਸਾਹਿਬ ਲਈ ਕੁਝ ਭੇਟਾ ਲੈ ਕੇ ਜਾਵਾਂ। ਖਾਲੀ ਹੱਥ ਗੁਰੂ ਪੀਰ ਦੇ ਦਰਸ਼ਨ, ਸਿਆਣਿਆਂ ਦੀ ਵੀ ਕਹਾਵਤ ਹੈ, ਵੈਦ ਨਰਿਪ ਅਰ ਸੰਤ ਪੈ ਖਾਲੀ ਹੱਥ ਨਾ ਜਾ। ਡਾਕਟਰ ਕੋਲ, ਸੰਤ ਕੋਲ ਔਰ ਕਿਸੇ ਰਾਜੇ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਏ। ਤੋ ਮਹਾਰਾਜ ਜੀ ਆਪ ਜੀ ਗੁਰੂ ਰੂਪ ਹੋ, ਖਾਲੀ ਹੱਥ ਕਿਵੇਂ ਆਉਂਦਾ ਆਪ ਜੀ ਦੇ ਚਰਨਾਂ 'ਚ? ਤੇ ਮੈਂ ਸੋਚਿਆ ਕਿ ਕੋਈ ਭੇਟਾ ਸਤਿਗੁਰਾਂ ਲਈ ਲੈ ਕੇ ਜਾਵਾਂ। ਬਹੁਰ ਵਿਚਾਰਿਓ ਜੋ ਹੋਏ ਪਿਆਰੀ, ਮੈਂ ਸੋਚਿਆ ਵੀ ਕੀ ਲੈ ਕੇ ਜਾਵਾਂ। ਗੁਰੂ ਸਾਹਿਬ ਨੂੰ ਕਿਹੜੀ ਚੰਗੀ ਚੀਜ਼ ਲੱਗਦੀ ਹੈ, ਕਿਹੜੀ ਪਿਆਰੀ ਚੀਜ਼ ਲੱਗਦੀ ਹੈ? ਐਸੀ ਵਸਤ ਲਿਓ ਕਰ ਧਾਰੀ, ਤੇ ਉਹੀ ਵਸਤੂ ਮੈਂ ਸਤਿਗੁਰਾਂ ਦੇ ਕੋਲ ਲੈ ਕੇ ਜਾਵਾਂ। ਕਰਨ ਜੰਗ ਅਭਿਆਸ ਵਡੇਰਾ, ਫਿਰ ਮੈਂ ਸੋਚਿਆ ਕਿ ਗੁਰੂ ਸਾਹਿਬ ਨੂੰ ਜੰਗ ਯੁੱਧ ਪਿਆਰਾ ਲੱਗਦਾ, ਧਰਮ ਯੁੱਧ ਕਰਨਾ, ਤੇ ਉਹਦੇ ਵਾਸਤੇ ਮਹਾਰਾਜ ਜੀ ਨੂੰ ਸ਼ਸਤਰ ਪਿਆਰੇ ਹਨ। ਹਿਰਦੇ ਵਿਚਾਰਨ ਕਰ ਮੈਂ ਹੀਰਾ, ਮੈਂ ਆਪਣੇ ਹਿਰਦੇ 'ਚ ਵਿਚਾਰ ਕਰਕੇ ਵੇਖਿਆ, ਜਾਂ ਤੇ ਸ਼ਸਤਰਨ ਕੀ ਬੋਚਾਉ। ਮੈਂ ਸੋਚਿਆ ਕਿ ਸਤਿਗੁਰੂ ਜੀ ਸ਼ਸਤਰਾਂ ਨਾਲ ਹਿੱਤ ਕਰਦੇ ਨੇ, ਵਧੀਆ ਵਧੀਆ ਹਥਿਆਰ ਸ਼ਸਤਰ ਰੱਖਣੇ ਇਹ ਮਹਾਰਾਜ ਜੀ ਦਾ ਸ਼ੌਂਕ ਹੈ। ਵਿਦਿਆ ਚਾਪ ਅਧਿਕ ਸਭ ਮਾਉ, ਮਹਾਰਾਜ ਤੇ ਸ਼ਸਤਰਾਂ ਵਿੱਚੋਂ ਤਨਖ ਤੁਹਾਨੂੰ ਸਭ ਤੋਂ ਪਿਆਰਾ। ਤਨਖ ਚਲਾਉਣ ਵਿੱਚ ਆਪ ਜੀ ਮਹਾਨ ਹੋ। ਜਾਂ ਤੇ ਤੁਮਰੇ ਸਰਨ ਕਰਨ ਕੋ, ਇਸ ਕਰਕੇ ਮਹਾਰਾਜ ਤੁਹਾਡੇ ਤੀਰਾਂ ਵਾਸਤੇ, ਜਿਹੜੇ ਤੀਰ ਤੁਸੀਂ ਆਪਣੀ ਕਮਾਨ ਤੇ ਜੜ ਕੇ ਚਲਾਉਂਦੇ ਹੋ, ਉਹਨਾਂ ਲਈ ਮੈਂ ਆਨੇ ਸ਼ੁਭ ਬੀਨ ਪਰਨ ਕੋ। ਮਹਾਰਾਜ ਇਹ ਬੜੇ ਕੀਮਤੀ ਪਰ ਨੇ, ਖੰਭ ਨੇ, ਜਿਹੜੇ ਤੀਰਾਂ ਨਾਲ ਜੜਨ ਵਾਸਤੇ, ਮੈਂ ਤੁਹਾਡੇ ਤੀਰਾਂ ਨਾਲ ਜੜਨ ਵਾਸਤੇ ਲਿਆਂਦੇ ਨੇ। ਆਪਣੇ ਬਾਣ ਸੰਗ ਲਗਵਾਵੋ, ਮਹਾਰਾਜ ਤੁਸੀਂ ਆਪਣੇ ਬਾਣਾਂ ਨਾਲ, ਆਪਣੇ ਤੀਰਾਂ ਨਾਲ ਲਵਾ ਲਵੋ। ਬਹੁਰ ਚਾਪ ਮੈਂ ਸੰਦ ਚਲਾਓ, ਫਿਰ ਇਹਨੂੰ ਤੁਸੀਂ ਆਪਣੀ ਤੰਦੀ ਤੇ ਚਾੜ ਕੇ ਚਲਾਇਓ। ਹੀਰੋ ਬੇਗ ਹੋਏ ਹੈ ਐਸੇ, ਮਹਾਰਾਜ ਜਦੋਂ ਚਲਾਓਗੇ ਤੀਰ ਵੇਖੋਗੇ ਕਿੰਨਾ ਵੇਗ ਆ ਇਹਨਾਂ ਤੀਰਾਂ ਦਾ, ਇਹਨਾਂ ਖੰਭਾਂ ਕਰਕੇ। ਉੱਡ ਕਰ ਜਾਏ ਬੇਹੰਗਮ ਜੈਸੇ, ਮਹਾਰਾਜ ਏਦਾਂ ਜਾਏਗਾ ਤੀਰ ਉੱਡ ਕੇ ਜਿਵੇਂ ਕੋਈ ਪੰਛੀ ਉੱਡ ਕੇ ਜਾਂਦਾ ਹੁੰਦਾ ਹੈ। ਜੇ ਤਕ ਹੋਤ ਰਹੇ ਅਵਤਾਰਾ, ਮਹਾਰਾਜ ਜਿੰਨੇ ਅਵਤਾਰੀ ਪੁਰਸ਼ ਹੋਏ ਨੇ ਪਹਿਲਾਂ, ਪਹੁੰਚ ਸਬਨ ਕੋ ਦਰਸ ਨਿਹਾਰਾ। ਮਹਾਰਾਜ ਮੈਂ ਸਾਰਿਆਂ ਦੇ ਦਰਸ਼ਨ ਕੀਤੇ ਆ, ਜਿੰਨੇ ਪਹਿਲਾਂ ਅਵਤਾਰ ਹੋਏ ਨੇ ਮੈਂ ਸਭ ਦੇ ਦਰਸ਼ਨ ਕੀਤੇ ਹਨ। ਰਾਮਚੰਦ ਸ਼੍ਰੀ ਕ੍ਰਿਸ਼ਨ ਨਿਹਾਰੇ, ਸ਼੍ਰੀ ਰਾਮ ਜੀ ਦੇ, ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ, ਸਭ ਦੇ ਮੈਂ ਦਰਸ਼ਨ ਕੀਤੇ ਹਨ। ਸੁੰਦਰ ਨਰ ਸਰੀਰ ਬਹੁਤਾਰੇ, ਸਾਰਿਆਂ ਨੇ ਨਰ ਰੂਪ ਧਾਰਨ ਕੀਤਾ, ਸੋਹਣੇ ਮਨੁੱਖੀ ਸਰੀਰ ਧਾਰਨ ਕੀਤੇ ਨੇ ਧਰਤੀ ਤੇ। ਅਬਰਾਵਰ ਕੋ ਰੂਪ ਛਬੀਲਾ, ਤੇ ਹੁਣ ਮੈਂ ਆਪ ਜੀ ਦੇ ਦਰਸ਼ਨ ਕੀਤੇ ਨੇ। ਆਪ ਜੀ ਦਾ ਸੋਹਣਾ ਸਰੂਪ ਹੈ ਕਲਗੀਆਂ ਵਾਲੇ ਸਵਾਮੀ ਜੀ। ਕਰਤੇ ਰਹੋ ਮਾਨਵੀ ਲੀਲਾ, ਔਰ ਆਪ ਜੀ ਮਾਨਵੀ ਲੀਲਾ ਦਾ ਠਾਟ ਰਚ ਰਹੇ ਹੋ, ਇਹ ਸਾਰਾ ਮਾਨਵੀ ਲੀਲਾ ਦੇ ਚੋਜ ਕਰ ਰਹੇ ਹੋ। ਦੇਖਤ ਹੀ ਮਨ ਹੋਤ ਸਨੇਹੂ, ਤੁਹਾਡੇ ਦਰਸ਼ਨ ਕਰਦੇ ਹੀ ਮਨ 'ਚ ਸਨੇਹ ਉਪਜਦਾ ਮਹਾਰਾਜ। ਤੁਹਾਡੇ ਦੀਦਾਰ ਕਰਦੇ ਹੀ ਮਨ 'ਚ ਪ੍ਰੇਮ ਉਪਜਦਾ ਹੈ। ਸਰਬ ਯੋਗ ਪ੍ਰਾਪਤ ਫਲ ਇਹੂ, ਸਾਰੇ ਯੋਗ ਦਾ ਫਲ ਇਹੀ ਹੈ ਕਿ ਆਪ ਜੀ ਦੇ ਦਰਸ਼ਨ ਹੋ ਜਾਣ ਤਾਂ ਮੰਨ ਲਓ ਦੁਨੀਆ ਦੇ ਸਾਰੇ ਯੋਗ ਹੋ ਗਏ। ਤੁਹਾਡੇ ਦਰਸ਼ਨ ਹੋ ਜਾਣ ਤਾਂ ਮਾਨੋ ਦੁਨੀਆ ਦੇ ਸਾਰੇ ਤਪ ਹੋ ਗਏ। ਸਾਰੇ ਤਪ, ਸਾਰੇ ਯੋਗ, ਸਾਰੇ ਵਰਤ, ਸਾਰੇ ਦਾਨ ਮਹਾਰਾਜ ਜੀ ਤੁਹਾਡੇ ਦਰਸ਼ਨ ਕੀਤੇ ਹੀ ਪ੍ਰਾਪਤ ਹੋ ਜਾਂਦੇ ਹਨ। ਕਹੋ ਕਹਾਂ ਰਾਵਰ ਕੀ ਸ਼ੋਭਾ, ਇਹ ਮੇਰੇ ਸਾਹਿਬ ਤੁਹਾਡੀ ਵਡਿਆਈ, ਤੁਹਾਡੀ ਸੋਭਾ ਮੈਂ ਕਿੱਥੋਂ ਤੱਕ ਵਰਣਨ ਕਰਕੇ ਸੁਣਾਵਾਂ। ਦੁਸ਼ਮਨ ਵੀ ਦੇਖਤ ਮਨ ਲੋਭਾ, ਮਹਾਰਾਜ ਜੇ ਦੁਸ਼ਮਣ ਵੀ ਵੇਖ ਲੈ ਨਾ ਆਪ ਜੀ ਨੂੰ ਆ ਕੇ, ਉਹਦਾ ਮਨ ਵੀ ਲੁਭਾਏ ਮਾਨ ਹੋ ਜਾਂਦਾ। ਸੈਦ ਖਾਂ
ਪ੍ਰਤੱਖ ਤਲਵਾਰ ਲੈ ਕੇ ਮਾਰਨ ਆਇਆ ਸੀ। ਜਦੋਂ ਦਰਸ਼ਨ ਕੀਤੇ ਤਲਵਾਰ ਹੱਥੋਂ ਸੁੱਟ ਕੇ ਮਹਾਰਾਜ ਦੇ ਚਰਨੀ ਢਹਿ ਪਿਆ ਸੀ। ਮਹਾਰਾਜ ਐਸੇ ਸੁੰਦਰ ਦੀਦਾਰ ਨੇ ਆਪ ਜੀ ਦੇ ਕਿ ਜੇ ਦੁਸ਼ਮਣ ਵੇਖੇ ਤਾਂ ਉਹਦਾ ਮਨ ਵੀ ਲੋਭੀ ਹੋ ਜਾਵੇ। ਖੜਗ ਨਿਖੰਗ ਅੰਗ ਕੇ ਸੰਗਾ। ਆਪ ਜੀ ਦੇ ਅੰਗਾਂ ਨਾਲ ਖੜਗ ਤਲਵਾਰ ਔਰ ਢਾਲ ਤੇ ਸ਼ਸਤਰ ਹਨ। ਸ਼ੋਭਤ ਕਲਗੀ ਸੀਸ ਉਤੰਗਾ। ਸੀਸ ਉੱਤੇ ਸੁੰਦਰ ਕਲਗੀ, ਉੱਚੀ ਕਲਗੀ ਸ਼ੋਭਨੀਕ ਹੈ। ਤੁਮ ਦਰਸ਼ਨ ਤੇ ਮੈਦ ਆਨੰਦਦ। ਤੁਹਾਡੇ ਦਰਸ਼ਨ ਕੀਤਿਆਂ ਹਿਰਦੇ ਵਿੱਚ ਵੱਡਾ ਭਾਰੀ ਆਨੰਦ ਹੀ ਆਨੰਦ ਵਰਤਦਾ। ਮੁਖ ਮੰਡਲ ਦੁਤੀ ਦਿਪੈ ਬਿਲੰਦ। ਆਪ ਜੀ ਦੀ ਮੁਖ ਮੰਡਲ ਦੀ ਧੁਤੀ ਆਭਾ ਮਹਾਰਾਜ ਅਲੋਕਕ ਹੈ। ਸੁੰਦਰ ਅਪਰ ਬਿਲੋਕਨ ਕੇਰੀ। ਆਪ ਜੀ ਦੀ ਤੱਕਣੀ ਬੜੀ ਸੁੰਦਰ ਹੈ ਮਹਾਰਾਜ। ਜਿਸ ਵੱਲ ਵੇਖਦੇ ਹੋ ਉਹਦੇ ਤਿੰਨੇ ਕਸ਼ਟਾਂ ਨੂੰ ਨਿਵਾਰ ਦਿੰਦੇ ਹੋ। ਕਿਰਪਾ ਕਟਾਖ ਅਵਲੋਕਨ ਕੀਨੋ। ਦਾਸ ਕਾ ਦੁਖ ਵਿਦਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ। ਦਾਸ ਕਾ ਦੁਖ ਵਿਦਾਰਿਓ। ਮਹਾਰਾਜ ਆਪ ਜੀ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਜਿਨ੍ਹਾਂ ਵੱਲ ਤੱਕਿਆ ਉਹਨਾਂ ਨੂੰ ਨਿਹਾਲ ਕਰ ਦਿੱਤਾ। ਨੈ ਬਾਚਾਰੈ ਤੁਮ ਕੋ ਹੇਰੀ। ਮਹਾਰਾਜ ਆਪ ਜੀ ਦੇ ਦਰਸ਼ਨ ਕੀਤਿਆਂ ਕੁਝ ਹੋਰ ਇੱਛਾ ਨਹੀਂ ਰਹਿੰਦੀ ਕਿ ਮਨ 'ਚ ਵੀ ਹੋਰ ਕੋਈ ਇੱਛਾ ਕਰੀਏ। ਤੁਹਾਡੇ ਦਰਸ਼ਨ ਕਰਦਿਆਂ ਕੁਝ ਹੋਰ ਮੰਗਣ ਨੂੰ ਚੇਤ ਹੀ ਨਹੀਂ ਕਰਦਾ। ਸੂਰ ਸ਼ਿਰੋਮਣ ਪੰਥ ਚਲਾਇਓ। ਸ਼੍ਰੋਮਣੀ ਸੂਰਮਿਆਂ ਦਾ ਪੰਥ, ਖਾਲਸਾ ਪੰਥ ਆਪ ਜੀ ਨੇ ਚਲਾਇਆ ਹੈ। ਰਚਿਓ ਸਭਨ ਕੋ ਯੁੱਧ ਸਿਖਾਇਓ। ਉਹਨੇ ਖਾਲਸਾ ਰਚ ਕੇ ਇਹਨਾਂ ਨੂੰ ਯੁੱਧ ਸਿਖਾਇਆ, ਇਹਨਾਂ ਨੂੰ ਜੰਗ ਕਰਨਾ ਸਿਖਾਇਆ। ਜਿਸ ਮੈਂ ਅਤ ਪ੍ਰਸੰਨਤਾ ਮੋਈ। ਮਹਾਰਾਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਆਪ ਜੀ ਨੇ ਪੰਥ ਸਾਜਿਆ। ਪਿਕ ਪਿਕ ਦਾਰੁਣ ਮਨ ਮੈਂ ਹੋਈ। ਕਿਉਂਕਿ ਜਿਹੜੀ ਮੇਰੀ ਭਾਗਵਾਨ ਹੈ ਨਾ ਉਹਨੂੰ ਜੰਗ ਯੁੱਧ, ਜਿਹੜੇ ਧਰਮ ਯੁੱਧ ਨੇ ਉਹ ਬੜੇ ਪਿਆਰੇ ਲੱਗਦੇ ਆ। ਜਦੋਂ ਉਹ ਵੇਖਦੀ ਹੈ ਨਾ ਜੰਗ ਦੇ ਮੈਦਾਨ ਨੂੰ ਦਾਰੁਣ ਰੂਪ ਦੇ ਵਿੱਚ ਤੇ ਖੁਸ਼ ਹੁੰਦੀ ਹੈ। ਧੰਨ ਗੁਰੂ ਗੁਰ ਗਾਦੀ ਧੰਨ। ਧੰਨ ਹੋ ਸਤਿਗੁਰੂ ਜੀ ਤੁਸੀਂ, ਔਰ ਜਿਸ ਗੱਦੀ ਦੇ ਤੁਸੀਂ ਮਾਲਕ ਹੋ ਉਹ ਗੱਦੀ ਵੀ ਧੰਨ ਹੈ। ਗੁਰੂ ਪਾਤਸ਼ਾਹ ਜੀ ਤੁਸੀਂ ਵੀ ਧੰਨ ਹੋ ਔਰ ਇਹ ਗੱਦੀ ਵੀ ਧੰਨ ਹੈ, ਕਿਉਂਕਿ ਇਹ ਗੱਦੀ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ। ਜਿਨ ਕੀ ਸਮਤਾ ਕਰੇ ਨਯਨ। ਜਿਨ੍ਹਾਂ ਦੀ ਬਰਾਬਰੀ ਸਮਤਾ ਹੋਰ ਕੋਈ ਦੂਜਾ ਨਹੀਂ ਕਰ ਸਕਦਾ। ਰੂਪ ਮਹਿਦ ਮਈਆਨ ਤੁਮਾਰਾ। ਤੁਹਾਡਾ ਰੂਪ ਵੱਡਿਆਂ ਤੋਂ ਵੱਡਿਆ ਮੇਰੇ ਸਵਾਮੀ ਜੀ, ਵੱਡਿਆਂ ਤੋਂ ਵੱਡਾ ਆਪ ਜੀ ਦਾ ਪਵਿੱਤਰ ਸਰੂਪ ਹੈ। ਨੇਤ ਨੇਤ ਜਿਸ ਬੇਦ ਉਚਾਰਾ। ਆਪ ਜੀ ਦਾ ਜਸ ਨਾ ਇਤੀ ਕਹਿ ਕੇ ਵੇਦ ਵੀ ਗਾਇਨ ਕਰਦੇ ਨੇ। ਨਾ ਇਤੀ ਦਾ ਮਤਲਬ ਹੈ ਵੀ ਜੇ ਕੋਈ ਆਖੇ ਵੀ ਇਹ ਕਿਤਾਬ ਇੱਕ ਲਿਖ ਦਿੱਤੀ ਹੈ ਸਤਿਗੁਰਾਂ ਦੇ ਜਸ ਦੀ, ਬਸ ਹੁਣ ਇੰਨੀ ਹੈ, ਐਸਾ ਨਹੀਂ ਹੈ। ਇੱਕ ਕਿਤਾਬ ਲਿਖ ਦਿੱਤੀ ਹੈ, ਅਖੀਰ 'ਚ ਇਹੀ ਲਿਖਣਾ ਪੈਂਦਾ ਨੇਤ, ਇੱਥੇ ਬਸ ਨਹੀਂ, ਅਗਲੀ ਲਿਖ ਦਿਓ, ਫਿਰ ਲਿਖ ਦਿਓ ਨਾਏਤ, ਲਿਖਦਿਆਂ ਲਿਖਦਿਆਂ ਸਾਰੀ ਧਰਤੀ ਲਿਖ ਦਿਓ। ਧਰਤੀ ਬਣ ਜਾਏ ਕਾਗਜ਼, ਸਮੁੰਦਰ ਹੋ ਜਾਏ ਸਿਆਹੀ, ਤੇ ਲਿਖਣ ਵਾਸਤੇ ਆ ਜਿਹੜੀ ਪਵਨ ਹੈ ਇਹਨੂੰ ਲਾ ਦਿੱਤਾ ਜੇ ਲਿਖਾਰੀ ਬਣਾ ਕੇ ਵੀ ਪਵਨ ਤੂੰ ਲਿਖ, ਤੇਜ ਬੜੀ ਹੈ ਨਾ ਪਵਨ, ਤੇ ਕਲਮਾਂ ਬਣਾਈਆਂ ਜਾਣ। ਜਿੰਨੀ ਬਨਾਸਪਤੀ ਹੈ ਇਹਦੀ ਕਲਮ ਬਣਾਈ ਜੇ ਘੜ ਕੇ, ਇਹ ਕਲਮਾਂ ਮੁੱਕ ਜਾਣ, ਸਮੁੰਦਰ ਦੀ ਸਿਆਹੀ ਮੁੱਕ ਜਾਏ, ਧਰਤੀ ਸਾਰੀ ਮੁੱਕ ਜਾਏ ਲਿਖਦਿਆਂ। ਇੱਕ ਧਰਤੀ ਤਾਂ ਹੈ ਨਹੀਂ, ਕਰੋੜਾਂ ਨੇ, ਲਿਖਦਿਆਂ ਲਿਖਦਿਆਂ ਭਰ ਜਾਏ, ਹਵਾ ਥੱਕ ਜਾਏ, ਤੇ ਅਖੀਰ 'ਚ ਫਿਰ ਵੀ ਇਹੀ ਕਹਿਣਾ ਪਵੇਗਾ ਕਲਗੀਆਂ ਵਾਲੇ ਪਾਤਸ਼ਾਹ ਤੁਹਾਡੀ ਉਪਮਾ ਦਾ ਹਾਲੇ ਵੀ ਅੰਤ ਨਹੀਂ ਪਿਆ। ਅੱਲਾ ਯਾਰ ਖਾਂ ਯੋਗੀ ਲਿਖਦਾ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ
लिखो जितनी भी तारीफ गोविंद की वो कम है। काट बनासपति सिगरी लिख बेहू के लेखब काज बना हो। सारी बनस्पति कट के जे ओदा कलमा बना दित्तियां जाण लिखण वास्ते ते सात समुंदरन की मसक है, सात समुंदरां दी शाही बनाई जावे। जुग कोट गणेश के हाथ लिखा हो ते करोड़ा गणेश ला दिते जाण लिखण वास्ते। गणेश जी लिखारी ने बड़े बड़े, फिर भी सतगुरु तुहाडी सिफत दा अंत नहीं। ਸਰਬ ਸੁਰ ਅਸੁਰ शारद शेख सारे देवते दानव शारदा शेख जिन्ने भी ਹਨ ਅੰਤ ਨ ਪਾਏ ਸਕੇ ਅਵਿਰੇਖ। ਉਹ ਤੁਹਾਡੇ ਦਰਸ਼ਨ ਕਰਕੇ ਤੁਹਾਡਾ ਅੰਤ ਨਹੀਂ ਪਾ ਸਕਦੇ। ਨਿਜ ਬ੍ਰਹਮੰਡ ਰੂਪ ਤੁਮ ਧਾਰਾ ਤੁਸੀਂ ਆਪਣੇ ਹੀ ਬ੍ਰਹਮੰਡ ਵਿੱਚ ਆਪਣਾ ਰੂਪ ਧਾਰਨ ਕੀਤਾ ਹੈ। ਪਗ ਪਤਾਲ ਜੋ ਧਰੇ ਪਸਾਰਾ। ਮਹਾਰਾਜ ਜਿੰਨਾ ਬ੍ਰਹਮੰਡ ਹੈ ਤੁਹਾਡਾ ਰੂਪ ਹੈ। ਸੁਣੋ ਹੁਣ ਨਾਰਦ ਜੀ ਨੂੰ ਜਿਹੜਾ ਇਹ ਬ੍ਰਹਮੰਡ ਹੈ ਕਲਗੀਧਰ ਦਾ ਰੂਪ ਦਿਸ ਰਿਹਾ, ਕੀ ਕਹਿੰਦੇ ਆ? ਦੁਬਾਰਾ ਪੜੋ ਜੀ। ਪਗ ਪਤਾਲ ਜੋ ਧਰੇ ਪਸਾਰਾ। ਮਹਾਰਾਜ ਜਿਹੜੇ ਪਤਾਲ ਨੇ ਨਾ ਥੱਲੇ ਲੱਖਾਂ ਪਤਾਲ, ਇਹ ਤੁਹਾਡੇ ਚਰਨ ਨੇ ਦਸਵੇਂ ਪਾਤਸ਼ਾਹ। ਇਹ ਮਾਨੋ ਤੁਸੀਂ ਆਪਣੇ ਚਰਨ ਥੱਲੇ ਪਸਾਰੇ ਹੋਏ ਨੇ। ਸਾਗਰ ਉਦਰ ਨਸਾ ਨਦ ਨਾਰੇ। ਆ ਜਿੰਨੇ ਸਮੁੰਦਰ ਨੇ ਇਹ ਤੁਹਾਡਾ ਪੇਟ ਹੈ। ਔਰ ਜਿੰਨੀਆਂ ਨਦੀਆਂ ਦਰਿਆ ਨਾਲੇ ਵਾੜੇ ਨੇ ਇਹ ਸਭ ਤੁਹਾਡੇ ਸਰੀਰ ਦੀਆਂ ਨਾੜੀਆਂ ਹਨ। ਲੋਚਨ ਸੂਰਜ ਚੰਦ ਉਦਾਰੇ। ਆ ਸੂਰਜ ਤੇ ਚੰਨ ਮਹਾਰਾਜ ਇਹ ਤੁਹਾਡੇ ਨੇਤਰ ਨੇ ਕਲਗੀਧਰ ਸੁਆਮੀ। ਇਹ ਤੁਸੀਂ ਵੀ ਵੇਖਦੇ ਹੋ ਮਾਨੋ ਇਹ ਤੁਹਾਡੇ ਨੇਤਰ ਹਨ। ਬ੍ਰਹਮ ਲੋਕ ਪ੍ਰਭ ਸਸ ਬਨਾਇਓ। ਬ੍ਰਹਮ ਲੋਕ ਤੱਕ ਆਕਾਸ਼ ਮਹਾਰਾਜ ਜੀ ਆਪ ਜੀ ਦਾ ਸੀਸ ਹੈ। ਜੈ ਕੈ ਏਕੋ ਰੂਪ ਸੁਹਾਇਓ। ਧਰਤੀ ਤੁਹਾਡਾ ਪ੍ਰਿਸ਼ਟ ਭਾਗ ਹੈ। ਪਹਾੜ ਮਹਾਰਾਜ ਤੁਹਾਡੇ ਹੱਡ ਨੇ ਸਰੀਰ ਦੇ। ਇਹ ਸਭ ਬ੍ਰਹਮੰਡ ਤੁਹਾਡਾ ਹੀ ਰੂਪ ਹੈ ਮਹਾਰਾਜ। ਸਾਰੇ ਪਾਸੇ ਤੁਸੀਂ ਆਪਣਾ ਸਰੂਪ ਪਸਾਰਿਆ ਹੋਇਆ। ਇਤਿਆਦਿਕ ਜਬ ਨਾਰਦ ਕਹਿਓ। ਇਤਿਆਦਿਕ ਜਦੋਂ ਨਾਰਦ ਨੇ ਮਹਾਰਾਜ ਜੀ ਦੀ ਉਪਮਾ ਕੀਤੀ। ਵਰਜਿਤ ਗੁਰ ਤੁਮ ਸਭ ਕਿਛ ਲਇਓ। ਮਹਾਰਾਜ ਜੀ ਕਹਿੰਦੇ ਇਸ਼ਾਰਾ ਕਰਕੇ ਆਖਿਆ ਨਾਰਦ ਜੀ ਹੁਣ ਗੁਪਤ ਰਹੋ, ਤੁਸੀਂ ਸਭ ਜਾਣਦੇ ਹੋ। ਵੇਖੋ ਮੇਰੇ ਪਾਤਸ਼ਾਹ ਆਖਿਆ ਭੇਤ ਹੈ, ਇਹ ਭੇਤ ਹੀ ਰਹਿਣ ਦਿਓ, ਨਾ ਕਰੋ ਪ੍ਰਗਟ। ਕੋਈ ਵਿਰਲਾ ਸਿੱਖ ਹੀ ਜਾਣੇਗਾ ਇਸ ਭੇਤ ਨੂੰ, ਤੁਸੀਂ ਤਾਂ ਸਾਰੇ ਹੀ ਪ੍ਰਗਟ ਕਰੀ ਜਾਂਦੇ ਹੋ। ਮਹਾਰਾਜ ਜੀ ਇਸ਼ਾਰਾ ਕੀਤਾ ਨਾਰਦ ਜੀ ਬਸ ਹੁਣ ਹੋਰ ਨਾ ਕੁਝ ਆਖੋ। ਆਹੋ ਦੇਵ ਰਿਖੀ ਨਿਤ ਸਰਬੱਗੈ। ਇਹ ਦੇਵ ਰਿਸ਼ੀ ਤੁਸੀਂ ਸਰਬੱਗ ਹੋ। ਸਭ ਤੇ ਦੀਰਗ ਆਹੋ ਤਤੱਗੈ। ਸਾਰੇ ਭਗਤਾਂ ਵਿੱਚ ਵੱਡੇ ਹੋ, ਤਤੱਗਿਆ ਤਤ ਨੂੰ ਜਾਣਨ ਵਾਲੇ ਹੋ। ਇਸ ਬਿਦ ਕਹਿ ਕਰ ਆਪਸ ਮਾਈ। ਇਹ ਤਾਂ ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ ਨਾਰਦ ਜੀ ਨਾਲ। ਪਏ ਆਨੰਦਿਤ ਮਿਲ ਕਰ ਤਾਈ। ਬੜਾ ਆਨੰਦ ਵਰਤਿਆ ਮਹਾਰਾਜ ਜੀ ਦੇ ਦਰਸ਼ਨ ਕਰਕੇ। ਕਰੀ ਪਰਸ ਪਰ ਨਮੋ ਸਿਧਾਰਾ। ਇਹਨੇ ਨਮਸਕਾਰ ਕੀਤੀ। ਗੁਰਦੇਵ ਨੇ ਵੀ ਅੱਗੋਂ ਹੱਥ ਜੋੜੇ ਸਤਕਾਰ ਵਜੋਂ। ਔਰ ਨਾਰਦ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਚਲੇ ਗਏ। ਬ੍ਰਹਮ ਲੋਕ ਕੋ ਮੁਨੀ ਪਧਾਰਾ। ਨਾਰਦ ਜੀ ਆਪਣੀ ਜਿਸ ਬ੍ਰਹਮਪੁਰੀ ਚੋਂ ਆਏ ਵਾਪਸ ਚਲੇ ਗਏ। ਦੇਖਤ ਸਭ ਕੋ ਅੰਤਰ ਧਿਆਨਾ। ਬਾਹਰ ਨਿਕਲਦਿਆਂ ਇੱਕਦਮ ਅੰਤਰ ਧਿਆਨ ਹੋ ਗਏ। ਵੇਖਦਿਆਂ ਵੇਖਦਿਆਂ ਸਿੱਧ ਸਮਾਨ ਖਾਲਸੇ ਜਾਨਾ। ਸਿੱਧ ਸਮਾਨ ਖਾਲਸੇ ਨੇ ਜਾਣਿਆ। ਪਾਛੇ ਪੂਛਨ ਕੀਨੋ ਸਬੇ। ਕਲਗੀਧਰ ਜੀ ਨੂੰ ਪੁੱਛਿਆ ਸਿੰਘਾਂ ਨੇ। ਭੇਵ ਬਤਾਇਓ ਸਤਗੁਰ ਤਬੇ। ਸਤਿਗੁਰੂ ਜੀ ਨੇ ਭੇਦ ਦੱਸਿਆ ਕਿ ਕੌਣ ਸੀ। ਕਮਲਾਸਨ ਕੋ ਨੰਦਨ ਨਾਰਦ। ਮਹਾਰਾਜ ਜੀ ਕਹਿੰਦੇ ਬ੍ਰਹਮਾ ਦਾ ਪੁੱਤਰ ਨਾਰਦ ਸੀ। ਆਹੇ ਦੇਵ ਰਿਖੀ ਪਰਮ ਵਿਸ਼ਾਰਦ। ਦੇਵ ਰਿਸ਼ੀ ਨਾਰਦ ਸੀ, ਇਹਨੂੰ ਦੇਵ ਰਿਸ਼ੀ ਕਿਹਾ ਜਾਂਦਾ ਹੈ। ਇਮ ਕੈ ਪੰਖ ਆਪ ਕਰ ਲਏ। ਇਹ ਕਹਿ ਕੇ ਮਹਾਰਾਜ ਜੀ ਨੇ ਉਹ ਜਿਹੜੇ ਖੰਭ ਸੀ ਆਪਣੇ ਹੱਥਾਂ 'ਚ ਲਏ। ਏਕ ਸਿੰਘ ਸੋ ਇਮ ਕੈ ਦਏ। ਖੰਭ ਇੱਕ ਸਿੰਘ ਨੂੰ ਦੇ ਕੇ ਮਹਾਰਾਜ ਜੀ ਨੇ ਬਚਨ ਕੀਤੇ। ਕਹਿਣ ਲੱਗੇ ਲੈ ਗਮਨੋ ਕਾਰੀਗਰ ਤੀਰ। ਪਾਤਸ਼ਾਹ ਆਖਿਆ ਸਿੰਘ ਜੀ ਆ ਖੰਭ ਲੈ ਜਾਓ, ਜਿਹੜਾ ਤੀਰ ਬਣਾਉਂਦਾ ਨਾ ਕਾਰੀਗਰ ਮਿਸਤਰੀ ਉਹਦੇ ਕੋਲ ਸਾਡੇ ਇਹ ਖੰਭ ਲੈ ਜਾਓ। ਬੈਠ ਨਿਕਟ ਲਗਵਾਵੋ ਤੀਰ। ਕੋਲ ਬਹਿ ਕੇ ਤੀਰ ਦੀ ਜਿਹੜੀ ਪਿੱਛੇ ਬਾਗੜ ਹੁੰਦੀ ਆ ਉਹਨੂੰ ਇਹ ਖੰਭ ਜੁੜਾਓ। ਇਨਕੋ ਤਿਆਗ ਦੂਰ ਨੇ ਜਾਵੋ। ਛੱਡ ਕੇ ਦੂਰ ਨਾ ਜਾਈ, ਕਿਉਂਕਿ ਕੀਮਤੀ ਚੀਜ਼ ਆ। ਕਈ ਵਾਰੀ ਕਿਸੇ ਦਾ ਮਨ ਡੋਲ ਜਾਂਦਾ ਵੀ ਵਿੱਚੋਂ ਮੈਂ ਰੱਖ ਲਾਂ।
ਇਸ ਕਰਕੇ ਸਿੰਘ ਨੂੰ ਕਿਹਾ ਵੀ ਕੋਲ ਰਹਿ ਕੇ ਨਾ, ਕੋਲ ਬਹਿ ਕੇ ਆਪ ਆਪਣੀ ਨਿਗਰਾਨੀ ਵਿੱਚ ਖੰਭਾਂ ਨੂੰ, ਜਿਹੜੇ ਆ ਖੰਭ ਨੇ, ਤੀਰਾਂ ਨੂੰ ਲਵਾਈ। ਦੇਖਤ ਦ੍ਰਿਗਨ ਬਾਨ ਬਨਵਾਵੋ, ਵੇਖ ਕੇ ਆਪਣੀ ਨਿਗਰਾਨੀ 'ਚ ਵੱਡੇ ਤੀਰ ਤਿਆਰ ਕਰਵਾਓ। ਸੁਨ ਪ੍ਰਭ ਤੇਲੇ ਕਰ ਤਬ ਗਇਓ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਇਹ ਸਿੰਘ ਗਿਆ ਵਿਦਾ ਹੋ ਕੇ। ਨਿਕਟ ਬੈਠ ਬਨਵਾਵਤ ਪਇਓ। ਸਤਿਗੁਰਾਂ ਦੇ ਕੋਲ ਬਹਿ ਕੇ ਮਹਾਰਾਜ ਜੀ ਦੇ ਹੁਕਮ ਦੇ ਨਾਲ, ਸਤਿਗੁਰੂ ਜੀ ਦੇ ਹੁਕਮ ਨਾਲ ਕਾਰੀਗਰ ਦੇ ਕੋਲ ਬਹਿ ਕੇ ਨਿਗਰਾਨੀ ਵਿੱਚ ਉਹ ਤੀਰ ਤਿਆਰ ਕਰਵਾਉਣ ਲੱਗਾ। ਬਹੁਤ ਸਾਰੇ ਕਾਰੀਗਰ ਭਲੇ ਵੀ ਹੁੰਦੇ ਆ ਜਿਹੜੇ ਸ਼ਸਤਰ ਵਗੈਰਾ ਬਣਾਉਂਦੇ ਆ, ਨਹੀਂ ਤਾਂ ਆਮ ਕਰਕੇ ਬਹੁਤ ਸਿੰਘਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਵੀ ਸਾਡੀ ਤਲਵਾਰ ਬਦਲ ਦਿੱਤੀ ਹੈ, ਹੋਰ ਮੁੱਠਾ ਪਾ ਦਿੱਤਾ, ਜੋ ਕੋਈ ਕੀਮਤੀ ਵੇਖਦੇ ਆ। ਪੌਂਟਾ ਸਾਹਿਬ ਜਿਹੜੇ ਪੁਰਾਣੇ ਸ਼ਸਤਰ ਸਨ, ਬਹੁਤ ਸਾਲ ਪਹਿਲਾਂ ਸਿੰਘ ਦੱਸਦੇ ਆ, ਉਹ ਬੜੇ ਕੀਮਤੀ ਸ਼ਸਤਰ ਸਨ। ਉਹ ਸਫਾਈ ਕਰਨ ਦੇ ਬਹਾਨੇ ਕੁਝ ਕਾਰੀਗਰ ਆਏ, ਉਹ ਗੁਪਤ ਕਰ ਲਏ ਜਿਹੜੇ ਅਸਲੀ ਵਧੀਆ ਸ਼ਸਤਰ ਸਨ। ਕੁਝ ਸ਼ਸਤਰ ਜਿਹੜੇ ਉਹ ਉੱਥੇ ਸੁਭਾਏਮਾਨ ਕਰ ਦਿੱਤੇ। ਤੂੰ ਇਦਾਂ ਦਾ ਵੀ ਵਰਤਾਰਾ ਵਰਤਦਾ ਹੈ ਸਮਾਜ ਵਿੱਚ। ਇਸ ਕਰਕੇ ਗੁਰਦੇਵ ਨੇ ਸਿੰਘ ਨੂੰ ਕਿਹਾ ਵੀ ਕੋਲ ਬਹਿ ਕੇ ਆਪਣੀ ਨਿਗਰਾਨੀ 'ਚ ਤੀਰ ਤਿਆਰ ਕਰਵਾਈ। ਤੇ ਸਿੰਘ ਨੇ ਮਹਾਰਾਜ ਜੀ ਦਾ ਬਚਨ ਮੰਨ ਕੇ ਕੋਲ ਬੈਠ ਕੇ ਤੀਰ ਤਿਆਰ ਕਰਵਾਏ। ਦੀਰਘ ਪੰਖ ਸੋ ਦੀਰਘ ਬਾਨਾ, ਵੱਡੇ ਲੰਮੇ ਖੱਪਰੇ ਤੀਰ ਬਣਾਏ, ਉਹਨਾਂ ਨੂੰ ਇਹ ਵੱਡੇ ਖੰਭ ਲਾਏ ਗਏ। ਕਰੇ ਤਿਆਰ ਸੋ ਰੁਚਿਰ ਮਾਨਾ, ਬੜੇ ਸੋਹਣੇ ਤੀਰ ਬਣ ਕੇ ਤੋਲ ਵਿੱਚ, ਵਜਨ ਵਿੱਚ ਤਿਆਰ ਕੀਤੇ। ਆਛੇ ਸਰ ਬਣਾਏ ਲੈ ਆਇਓ। ਚੰਗੇ ਵਧੀਆ ਤੀਰ ਬਣਾ ਕੇ ਸਿੰਘ ਮਹਾਰਾਜ ਜੀ ਕੋਲ ਲੈ ਆਇਆ। ਸ਼੍ਰੀ ਪ੍ਰਭ ਕੋ ਦੇ ਸੀਸ ਨਿਵਾਇਓ। ਸਤਿਗੁਰੂ ਜੀ ਨੂੰ ਤੀਰ ਭੇਟ ਕਰਕੇ ਇਹਨੇ ਮਹਾਰਾਜ ਜੀ ਨੂੰ ਸੀਸ ਝੁਕਾਇਆ। ਆਪ ਹੱਥ ਮੈਂ ਧਰ ਕਰ ਹੀਰੇ। ਸਤਿਗੁਰੂ ਜੀ ਨੇ ਆਪ ਉਹ ਤੀਰ ਆਪਣੇ ਪਵਿੱਤਰ ਹੱਥਾਂ ਵਿੱਚ ਪਕੜ ਕੇ ਵੇਖੇ। ਸਰਬ ਥੂਲ ਖਪਰੇ ਸੋ ਬਡੇਰੇ, ਬੜੇ ਥੂਲ ਖਪਰੇ ਤੀਰ ਨੇ। ਮਹਾਰਾਜ ਜੀ ਨਾਲ ਤੀਰਾਂ ਦੁਆਰਾ, ਖੰਭਾਂ ਦੁਆਰਾ ਜਿਹੜਾ ਉਪਦੇਸ਼ ਹੈ ਉਹ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਬੇਨਤੀ ਹੈ ਕਿ 2 ਅਕਤੂਬਰ ਨੂੰ ਸਤਿਗੁਰੂ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਦਿਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਆਪਣੇ ਚਰਨ ਪਾਏ ਸਨ, ਸ਼ਹੀਦੀ ਦੇਣ ਜਾਂਦਿਆਂ ਰਸਤੇ 'ਚ ਇੱਥੇ ਟਿਕੇ ਸਨ। ਉਹ ਦਿਨ ਹਰ ਸਾਲ ਸੰਗਤ ਵੱਲੋਂ, ਸ਼ਹਿਰ ਦੀਆਂ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ। 2 ਅਕਤੂਬਰ ਨੂੰ ਉਹ ਦਿਨ ਮਨਾਇਆ ਜਾਣਾ ਤੋਂ ਸੰਗਤਾਂ ਨੇ ਉਹ ਸਮਾਗਮ ਛਪ ਜਾਣਗੇ ਤੇ ਉਸ ਦਿਨ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੈ ਅਚੁੱਤ ਹੈ ਪਾਰ
ਬ੍ਰਹਮ ਅਵਨਾਸੀ ਅਗਨਾਸ हे पूरन हे सर्ब मैं ਦੁਖ ਭੰਜਨ ਗੁਣ ਤਾਸ हे संगी हे निरंकार ਏ ਨਿਰਗੁਣ ਸਭ ਟੇਕ हे गोबिंद हे गुण निधान ਜਾਂ ਕੀ ਸਦਾ ਬਵੇਕ हे अपरंपर हर हरे ਹੈ ਪੀਓ ਅਣਿਆਰ हे संतह कै सदा संग ਨਿਧਾਰਾ ਆਧਾਰ हे ठाकुर हों दास रो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋਈ ਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਹਾਲ वाहिगुरु नाम जहाज है ਜੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु नाम जहाज है ਜੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु जी का खालसा वाहिगुरु जी की फतेह।